वाहिगुरु जी का खालसा वाहिगुरु जी की फतेह। गुरु की सवारी साध संगत, बहुत ही वड्डियां भागां वाले हो आप जी जो हर रोज इस क्लासां दे विच जुड़ के गुरबाणी दा इतिहास दा लाहा प्राप्त करते हो। सतगुरां दी बहुत ही दया सदका आपां इस शाम दी 6 ਵਜੇ ਦੀ क्लास दे विच जो धन गुरु गोबिंद सिंह महाराज सच्चे पातशाह जी की पावन बाणी अकाल उस्तत है उस दे विच जो 10 सवैये हैं जिन्हां नूं सुधा सवैये कहा जाता है, उस बाणी की आपां संथਿਆ ते विचार करते हैं क्योंकि ये बाणी जिहड़ी है अमृत की बाणी भी है ते सिखां दा नितनेम भी है। इस करके इस बाणी की विचार ते इस बाणी की संथਿਆ आपां रोज कर रहे हैं। ਹੁਣ तक ਆਪਾਂ इस बाणी के 7 ਸਵਈਏ ਜਿਹੜੇ ਆ ਉਹ ਵਿਚਾਰ ਚੁੱਕੇ ਹਾਂ ਤੇ ਅੱਜ ਜੋ ਆਪ ਜੀ ਦੀ ਸਕਰੀਨ ਤੇ ਹੈ 8ਵਾਂ ਸਵਈਆ, ਇੱਥੋਂ ਆਪਾਂ ਜਿਹੜੀ ਵਿਚਾਰ ਚਰਚਾ ਆਰੰਭ ਕਰਨੀ ਹੈ। ਸੋ ਆਪ ਜਿੰਨੀ ਵੀ ਸੰਗਤ ਜੁੜ ਚੁੱਕੇ ਹੋ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ, ਕਿਉਂਕਿ ਗੁਰਮੁਖ ਦਾ ਲਾਹਾ ਲੈਣ ਵਾਸਤੇ ਮਨੁੱਖ ਨੂੰ ਸਮਾਂ ਕੱਢਣਾ ਪੈਂਦਾ ਹੈ। ਹੋਰ ਕਾਰਜਾਂ ਲਈ ਤੇ ਮਨੁੱਖ ਕੋਲ ਬਹੁਤ ਸਮਾਂ ਹੁੰਦਾ ਹੈ। ਕੋਈ ਵੀ ਕਾਰਜ ਕਰਨਾ ਹੋਵੇ ਨਾ ਤੇ ਮਨੁੱਖ ਕਹਿੰਦਾ ਕੋਈ ਗੱਲ ਨਹੀਂ, ਹੁਣ ਤੇ ਵਿਹਲੇ ਬੈਠੇ ਗੱਲਾਂ ਮਾਰੀ ਜਾਓ, ਫੇਸਬੁੱਕ ਚਲਾ ਲਓ, ਸਾਰਾ ਕੁਝ ਹੈ ਅੱਜ ਕੱਲ। ਪਰ ਜਦੋਂ ਸਮਾਂ ਕੱਢਣਾ ਹੁੰਦਾ ਹੈ ਗੁਰਬਾਣੀ ਨਾਲ ਜੁੜਨ ਵਾਸਤੇ, ਗੁਰੂ ਦੀ ਗੱਲ ਸੁਣਨ ਵਾਸਤੇ, ਉਦੋਂ ਸਮਾਂ ਜਿਹੜਾ ਥੋੜਾ ਪੈ ਜਾਂਦਾ, ਉਦੋਂ ਕੰਮਕਾਰ ਸਾਰੇ ਚੇਤੇ ਆ ਜਾਂਦੇ। ਇਹ ਅਸਲ 'ਚ ਸਾਡੀ ਗਲਤੀ ਨਹੀਂ, ਇਹ ਸਾਡੇ ਮਨ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਬਣਿਆ ਹੁੰਦਾ। ਸੋ ਆਪ ਸਭ ਸੰਗਤ ਜੁੜਦੇ, ਇਸ ਕਰਕੇ ਆਪ ਦਾ ਬਹੁਤ ਬਹੁਤ ਧੰਨਵਾਦ। ਸੋ ਆਪਾਂ ਆਰੰਭ ਕਰੀਏ ਜੋ ਸਤਿਗੁਰਾਂ ਦੀ ਪਾਵਨ ਬਾਣੀ ਹੈ ਤਪ ਪ੍ਰਸਾਦ ਸਵਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ 8ਵਾਂ ਸਵਈਆ ਜਿਹੜਾ ਹੈ ਆਰੰਭ ਹੋਣਾ ਹੈ। ਸੋ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹੈ। ਹਾਂਜੀ, ਤੇ ਨਾਲ ਹੀ ਮੈਂ ਦੱਸ ਦੇਵਾਂ ਕਿ ਅੱਜ ਬਾਬਾ ਸ਼੍ਰੀ ਚੰਦ ਜੀ ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਸਨ, ਉਹਨਾਂ ਦਾ ਜਨਮ ਦਿਹਾੜਾ ਵੀ ਹੈ ਅੱਜ, ਤੇ ਉਹਨਾਂ ਦੇ ਬਾਰੇ ਵਿਚਾਰ ਚਰਚਾ ਵੀ ਗਿਆਨੀ ਪਰਮਜੀਤ ਸਿੰਘ ਉਹਨਾਂ ਨੇ ਕਰਨੀ ਹੈ। ਕਿਉਂਕਿ ਮੇਰੇ ਖਿਆਲ ਦੁਪਹਿਰ ਦੀ ਕਲਾਸ, ਹਾਂ ਦੁਪਹਿਰ ਦੀ ਕਲਾਸ ਦੇ ਵਿੱਚ ਮੈਸੇਜ ਆਇਆ ਸੀ ਕਿ ਅੱਜ ਉਹਨਾਂ ਦਾ ਜਨਮ ਦਿਹਾੜੇ, ਉਹਨਾਂ ਬਾਰੇ ਵੀ ਥੋੜਾ ਜਿਹਾ ਦੱਸੋ। ਤੇ ਉਹਨਾਂ ਦੇ ਬਾਰੇ ਜਿਹੜੀ ਹੈ ਗੱਲਬਾਤ ਉਹ ਆਪ ਜੀ ਨੂੰ ਗਿਆਨੀ ਪਰਮਜੀਤ ਸਿੰਘ ਜੀ ਸਰਵਣ ਕਰਾਉਣਗੇ, ਕਿਵੇਂ ਉਹਨਾਂ ਦਾ ਕੀ ਯੋਗਦਾਨ ਹੈ, ਜੋ ਉਦਾਸੀ ਸੰਪਰਦਾ ਦਾ ਸ਼੍ਰੀ ਚੰਦ ਜੀ ਦਾ ਕੀ ਯੋਗਦਾਨ ਹੈ ਸਿੱਖ ਧਰਮ ਦੇ ਵਿੱਚ, ਤੇ ਉਹਦੇ ਬਾਰੇ ਗਿਆਨੀ ਜੀ ਆਪ ਨੂੰ ਸਰਵਣ ਕਰਾਉਣਗੇ ਕਥਾ। ਉਸ ਤੋਂ ਪਹਿਲਾਂ ਦਾਸ ਆਪ ਜੀ ਨਾਲ ਜੋ 3 ਸਵਈਏ ਰਹਿ ਗਏ ਹਨ ਉਹਨਾਂ ਦੀ ਵਿਚਾਰ ਆਪਾਂ ਕਰ ਲਈਏ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਮਾਨਵ ਇੰਦਰ ਗਜਿੰਦਰ ਨਰਾਦਪ, ਇੱਥੇ ਰੁਕਣਾ ਹੈ ਜੀ। ਜੌਨ ਤਿਰਲੋਕ ਕੋ ਰਾਜ ਕਰਨਗੇ, ਜੌਨ ਜੱਜੇ ਨੂੰ ਕਨੌੜਾ ਤੇ ਨੰਨਾ, ਇੱਥੇ ਪ੍ਰਿੰਟਿੰਗ ਦਾ ਥੋੜਾ ਜਿਹਾ ਸਾਫਟਵੇਅਰ ਦਾ ਕਰਕੇ ਹੋ ਜਾਂਦਾ ਹੈ, ਅੱਖਰ ਜੇਨ ਦੇ ਉੱਤੇ ਟਿੱਪੀ ਲੱਗੀ ਆ ਪਰ ਜੌਨ ਹੈ ਕਨੌੜੇ ਦੇ ਨਾਲ। ਮਾਨਵ ਇੰਦਰ ਗਜਿੰਦਰ ਨਰਾਦਪ ਜੌਨ ਤਿਰਲੋਕ ਕੋ ਰਾਜ ਕਰਨਗੇ, ਕੋਟ ਇਸਨਾਨ ਗਜਾਦਿਕ ਦਾਨ, ਇੱਥੇ ਰੁਕਣਾ ਹੈ। ਅਨੇਕ ਸੁਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਵਰ ਬਿਸ਼ਨ ਸਚੀ ਪਤ, ਅੰਤ ਫਸੇ ਜਮ ਫਾਸ ਪਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸ ਹੈ, ਪਗ ਤੇ ਨਰ ਫੇਰ ਨਾ ਦੇਹ ਤਰੈਂਗੇ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਕਹਿੰਦੇ ਮਾਨਵ ਭਾਵ ਮਨੁੱਖ, ਇੰਦਰ ਇੰਦਰ ਰਾਜਾ ਜਿਹਦੇ ਕੋਲ ਇੰਦਰ ਦਾ ਸਿੰਘਾਸਣ ਹੈ, ਜੋ ਸਾਰੇ ਦੇਵਤਿਆਂ ਦਾ ਵੱਡਾ ਦੇਵਤਾ ਮੰਨਿਆ ਗਿਆ। ਗਜਿੰਦਰ, ਗੱਜ ਦਾ ਅਰਥ ਹੁੰਦਾ ਹੈ ਸਾਧ ਸੰਗਤ ਹਾਥੀ। ਗਜਿੰਦਰ ਦਾ ਭਾਵ ਕਿ ਜਿਹੜਾ ਗਜਿੰਦਰ ਭਾਵ ਹਾਥੀਆਂ ਦੇ ਰਾਜੇ, ਜਿਨ੍ਹਾਂ ਦੇ ਕੋਲ ਵੱਡੇ ਵੱਡੇ ਹਾਥੀ ਆ। ਤੇ ਨਰਾਦਪ, ਨਰ ਆਦਪ, ਨਰ ਦਾ ਅਰਥ ਹੁੰਦਾ ਮਨੁੱਖ ਤੇ ਆਦਪ ਦਾ ਅਰਥ ਉਹਨਾਂ ਦੀ ਰੱਖਿਆ ਕਰਨ ਵਾਲੇ। ਜਿਹੜੇ ਮਨੁੱਖ ਹਨ, ਮਾਨਵ ਹਨ, ਜਿੰਨੇ ਵੀ ਧਰਤੀ ਦੇ ਉੱਤੇ ਵੱਡੇ ਵੱਡੇ ਮਨੁੱਖ ਜਿਨ੍ਹਾਂ ਦੀ ਬੜੀ ਪਹੁੰਚ ਹੈ ਉੱਚੀ ਉੱਚੀ। ਤੇ ਇੰਦਰ, ਇੰਦਰ ਤੋਂ ਭਾਵ ਜਿਨ੍ਹਾਂ ਦਾ ਇੰਦਰ ਵਰਗਾ ਸਿੰਘਾਸਨ ਹੈ, ਜਿਸ ਸਿੰਘਾਸਨ ਤੇ ਇੰਦਰ ਬੈਠਾ ਹੈ, ਇੰਨੀ ਵੱਡੀ ਉੱਚੀ ਪਦਵੀ ਵਾਲਾ। ਗਜਿੰਦਰ,
ਜਿਹੜੇ ਰਾਜੇ ਹਨ ਜਿਨ੍ਹਾਂ ਦੇ ਕੋਲ ਕਈ ਕਈ ਹਾਥੀ ਹਨ, ਜਿਹੜੇ ਗਿਣੇ ਨਹੀਂ ਜਾਂਦੇ, ਇੰਨੇ ਹਾਥੀ ਹਨ, ਗਜਿੰਦਰ, ਨਰਾਦਪ, ਤੇ ਜਿਹੜੇ ਕਹਿੰਦੇ ਅਸੀਂ ਸਾਰਿਆਂ ਮਨੁੱਖਾਂ ਦੇ ਰੱਖਿਅਕ ਹਾਂ, ਸਾਰੀ ਮਨੁੱਖਤਾ ਇਹ ਸਾਡੀ ਹੈ ਤੇ ਅਸੀਂ ਇਹਨਾਂ ਦੇ ਰੱਖਿਆ ਕਰਨ ਵਾਲੇ ਹਾਂ। ਨਰਾਦਪ ਜੌਨ ਤਿਰਲੋਕ ਉਹ ਰਾਜ ਕਰਨਗੇ। ਤੇ ਸਤਿਗੁਰ ਕਹਿੰਦੇ ਜਿਹੜੇ, ਜੋ ਜੌਨ ਦਾ ਅਰਥ ਜਿਹੜੇ, ਜੇ ਤਿਰਲੋਕ ਭਾਵ ਤਿੰਨਾਂ ਲੋਕਾਂ ਦਾ ਰਾਜ ਕਰਨ ਵਾਲਾ, ਤਿੰਨਾਂ ਲੋਕਾਂ ਦੇ ਵਿੱਚ ਧਰਤੀ, ਆਕਾਸ਼, ਪਤਾਲ, ਤਿੰਨਾਂ ਲੋਕਾਂ ਦਾ ਰਾਜ ਕਰਨ, ਤਿੰਨਾਂ ਲੋਕਾਂ ਤੇ ਰਾਜ ਕਰਨ ਵਾਲੇ ਜਿਹੜੇ ਹਨ, ਇਹ ਸਾਰੇ ਭਾਵ ਭਾਵੇਂ ਉਹ ਮਾਨਵ ਆ ਜਿਨ੍ਹਾਂ ਦੀ ਬੜੀ ਚੱਲਦੀ ਹੈ ਸੰਸਾਰ ਤੇ, ਭਾਵੇਂ ਉਹ ਇੰਦਰ ਵਰਗੇ ਆ ਜਿਹੜੇ ਆਪਣੇ ਆਪ ਦੇ ਉੱਤੇ ਬੜੇ ਵੱਡੇ ਵੱਡੇ ਸਿੰਘਾਸਨਾਂ ਤੇ ਬੈਠੇ ਆ, ਵੱਡੀਆਂ ਵੱਡੀਆਂ ਪਦਵੀਆਂ ਤੇ ਬੈਠੇ ਆ, ਗਜਿੰਦਰ ਜਿਨ੍ਹਾਂ ਦੇ ਕੋਲ ਬੜੇ ਹਾਥੀ ਘੋੜੇ, ਬੜਾ ਠਾਠ ਬਾਠ ਹੈ, ਨਰਾਦਪ ਜਿਹੜੇ ਮਨੁੱਖ ਦੂਸਰਿਆਂ ਮਨੁੱਖਾਂ ਦੀ ਰੱਖਿਆ ਕਰਦੇ ਆ, ਕਹਿੰਦੇ ਆ ਕਿ ਇੰਨੀ ਮੇਰੀ ਪ੍ਰਜਾ ਹੈ ਤੇ ਮੈਂ ਇਹਦਾ ਰੱਖਿਆ ਗਿਆ, ਉਹਨੂੰ ਨਰਾਦਪ। ਤੇ ਜੌਨ ਤਿਰਲੋਕ ਕੋ ਰਾਜ ਕਰਾਂਗੇ, ਤੇ ਭਾਵੇਂ ਤਿਰਲੋਕੀ ਦਾ ਰਾਜ, ਤਿੰਨ ਲੋਕਾਂ ਦਾ ਰਾਜ ਕਰਨ ਵਾਲੇ ਮਨੁੱਖ ਕਿਉਂ ਨਾ ਹੋਣ। ਆਪਾਂ ਅਖੀਰਲੀ ਪੰਕਤੀ ਸਾਰੀ ਗੱਲ ਦੱਸੀ ਹੈ, ਜੋ ਮੇਨ ਮੁੱਦਾ ਸਤਿਗੁਰੂ ਲੈ ਕੇ ਚੱਲੇ ਆ। ਤੇ ਪਹਿਲੀ ਪੰਕਤੀ 'ਚ ਇਹ ਗੱਲ ਕਹੀ ਆ ਵੀ ਭਾਵੇਂ ਉਹ ਜਿੰਨੇ ਮਰਜ਼ੀ ਵੱਡੇ ਰਾਜੇ ਹੋਣ, ਜੌਨ ਤਿੰਨਾਂ ਲੋਕਾਂ ਦੇ ਰਾਜੇ ਕਿਉਂ ਨਾ ਹੋਣ। ਫਿਰ ਸਤਿਗੁਰੂ ਕਹਿੰਦੇ ਆ ਕੋਟ ਇਸ਼ਨਾਨ, ਗਜਾਦਿਕ ਦਾਨ, ਤੇ ਕਰੋੜਾਂ ਇਸ਼ਨਾਨ ਕਰਨ ਵਾਲੇ, ਜਿਹੜੇ ਕਰੋੜਾਂ ਹੀ ਮਨੁੱਖ ਇਸ਼ਨਾਨ ਕਰਦੇ ਆ ਤੀਰਥਾਂ ਤੇ ਜਾ ਕੇ, ਕਿਤੇ ਕਿਸੇ ਜਗ੍ਹਾ ਚਲੇ ਜਾਂਦੇ ਆ, ਕਿਤੇ ਕਿਸੇ ਜਗ੍ਹਾ ਜਾ ਕੇ ਕਰੋੜਾਂ ਹੀ ਤੀਰਥਾਂ ਤੇ ਇਸ਼ਨਾਨ ਕਰਦੇ ਆ। ਕੋਈ 68 ਤੀਰਥਾਂ ਦੀ ਗੱਲ ਨਹੀਂ ਕੀਤੀ ਸਤਿਗੁਰਾਂ ਨੇ, ਕਰੋੜਾਂ ਤੀਰਥਾਂ ਦੀ ਗੱਲ ਕਰ ਦਿੱਤੀ, ਜਿਹੜੇ ਕਰੋੜਾਂ ਹੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਆ। ਕੋਟ, ਕੋਟ ਦਾ ਅਰਥ ਹੁੰਦਾ ਕਰੋੜ, ਇਸ਼ਨਾਨ ਦਾ ਅਰਥ ਹੈ ਨਹਾਉਣਾ। ਕੋਟ ਇਸ਼ਨਾਨ ਗਜਾਦਿਕ ਦਾਨ, ਗਜਾ ਦਾ ਅਰਥ ਹੈ, ਗੱਜ ਦਾ ਅਰਥ ਜਾਣ ਲਓ ਕਿ ਹਾਥੀ ਹੁੰਦਾ ਹੈ, ਗੱਜ ਜਾਂ ਗਜਾ, ਗਜਿੰਦਰ, ਇਹ ਸਾਰੇ ਹਾਥੀ ਦੇ ਨਾਮ ਹੈ, ਗੱਜ ਤੋਂ ਬਣਿਆ, ਗੱਜ ਦਾ ਭਾਵ ਹੁੰਦਾ ਹੈ ਹਾਥੀ। ਗਜਾਦਿਕ ਦਾਨ, ਗਜ ਆਦਿਕ ਦਾਨ ਭਾਵ ਹਾਥੀਆਂ ਦਾ ਦਾਨ ਦੇਣ ਵਾਲੇ, ਹਾਥੀਆਂ ਦਾ ਜਾਂ ਹੋਰ ਚੀਜ਼ਾਂ ਵਰਗਾ, ਜਿਹੜੇ ਹਾਥੀਆਂ ਦੀ ਤੁਲਨਾ ਦੇ ਬਰਾਬਰ ਚੀਜ਼ਾਂ ਹੋਣ, ਉਹਨਾਂ ਦਾ ਦਾਨ ਕਰਨ ਵਾਲੇ। ਕਰੋੜਾਂ ਇਸ਼ਨਾਨ ਕਰਨ ਵਾਲੇ, ਕਰੋੜਾਂ ਹਾਥੀਆਂ ਦਾ ਦਾਨ ਕਰਨ ਵਾਲੇ। ਅਨੇਕ ਸਵੰਬਰ ਸਾਜ ਬਰੰਗੇ, ਤੇ ਅਨੇਕਾਂ ਹੀ ਐਸੇ ਜਿਹੜੇ ਸਵੰਬਰਾਂ 'ਚ ਜਾ ਕੇ ਤੇ ਕਈ ਕਈ ਸੁੰਦਰ ਇਸਤਰੀਆਂ ਨੂੰ ਵਰ ਲਿਆਉਂਦੇ, ਕਈ ਕਈ ਇਸਤਰੀਆਂ ਨੂੰ ਵਰਨ ਵਾਲੇ ਭਾਵ ਜਿਨ੍ਹਾਂ ਦੀਆਂ ਬੇਅੰਤੀ ਪਤਨੀਆਂ ਸਨ, ਉਹਨਾਂ ਵਰਗੇ। ਕਰੋੜਾਂ ਹੀ ਜਿਹੜੇ ਆ ਇਸ਼ਨਾਨ ਕਰਨ ਵਾਲੇ, ਕਰੋੜਾਂ ਹੀ ਦਾਨ ਦੇਣ ਵਾਲੇ ਹਾਥੀਆਂ ਜਿੰਨਾ, ਤੇ ਕਰੋੜਾਂ ਹੀ ਉਹ ਮਨੁੱਖ ਜਿਹੜੇ ਕਈ ਕਈ ਪਤਨੀਆਂ ਜਿਹੜੇ ਆ ਉਹ ਸਾਜ ਬਰੰਗੇ ਭਾਵ ਉਹਨਾਂ ਨੂੰ ਜਿਹੜਾ ਹੈ ਕਰੋੜਾਂ ਹੀ ਇਸਤਰੀਆਂ ਨੂੰ ਵਰ ਕੇ ਲਿਆਉਣ ਵਾਲੇ, ਭਾਵ ਉਹਨਾਂ ਨੂੰ ਆਪਣੇ ਕੋਲ ਲੈ ਕੇ ਆਉਣ ਵਾਲੇ, ਉਹਨਾਂ ਨੂੰ ਵਿਆਹ ਕੇ ਲੈ ਕੇ ਆਉਣ ਵਾਲੇ ਮਨੁੱਖ। ਫਿਰ ਸਤਿਗੁਰ ਕਹਿੰਦੇ ਇਹੀ ਨਹੀਂ, ਸਿਰਫ ਇਹ ਮਨੁੱਖਾਂ ਦੀ ਗੱਲ ਨਹੀਂ ਹੈ, ਫਿਰ ਅੱਗੇ ਕੀ ਹੈ, ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ। ਬ੍ਰਹਮ, ਬ੍ਰਹਮ ਤੋਂ ਭਾਵ ਬ੍ਰਹਮਾ, ਮਹੇਸ਼ਰ ਤੋਂ ਭਾਵ ਸਾਧ ਸੰਗਤ ਸ਼ਿਵ ਜੀ, ਤੇ ਬਿਸ਼ਨ ਤੋਂ ਭਾਵ ਹੈ ਵਿਸ਼ਨੂੰ। ਇਹ ਤਿੰਨ ਦੇਵਤੇ ਮੰਨੇ ਗਏ ਨਾ, ਬ੍ਰਹਮ, ਮਹੇਸ਼ਰ, ਬਿਸ਼ਨ। ਫਿਰ ਸੱਚੀ ਪਤ, ਸੱਚੀ ਪਤ ਦਾ ਅਰਥ ਹੁੰਦਾ ਹੈ ਇੰਦਰ ਦੇਵਤਾ। ਇੰਦਰ ਦੇਵਤਾ, ਸੱਚੀ ਪਤ, ਸੱਚੀ ਪਤ ਤੋਂ ਭਾਵ ਇੰਦਰ ਦੇਵਤਾ, ਜਿਹੜਾ ਸੱਚੀ ਪਤ, ਜਿਹੜੇ ਸੱਚੀ ਦਾ ਅਰਥ ਹੈ ਜਿਹੜਾ ਸੁੰਦਰ ਤਖਤ ਤੇ ਬੈਠਾ ਹੋਇਆ ਪਤੀ, ਉਸ ਤਖਤ ਦੇ ਸਿੰਘਾਸਨ ਤੇ ਬੈਠਣ ਵਾਲਾ। ਬ੍ਰਹਮਾ ਜਿਹੜਾ ਹੈ, ਸਤਿਗੁਰ ਕਹਿੰਦੇ ਉੱਪਰ ਤੇ ਸਿਰਫ ਮਨੁੱਖਾਂ ਦੇ ਨਾਮ ਲਏ ਨਾ, ਹੇਠਾਂ ਸਤਿਗੁਰਾਂ ਨੇ ਕਿਹਾ ਇਹੋ ਹੀ ਨਹੀਂ, ਬ੍ਰਹਮੇ ਵਰਗੇ, ਸ਼ਿਵਜੀ ਵਰਗੇ, ਵਿਸ਼ਨੂੰ ਵਰਗੇ ਤੇ ਇੰਦਰ ਵਰਗੇ। ਸੱਚੀ ਪਤ, ਇਹਦੀ ਵਹੁਟੀ ਦਾ ਨਾਮ ਸੀ ਸੱਚੀ, ਇਸ ਕਰਕੇ ਸੱਚੀ ਪਤ ਤਾਂ ਲਿਖਿਆ ਹੈ ਕਿ ਸੱਚੀ ਉਹਦੀ ਪਤਨੀ ਦਾ ਨਾਮ ਸੀ, ਇੰਦਰ ਦੀ ਪਤਨੀ ਦਾ ਨਾਮ ਸੱਚੀ ਪਤ। ਇਹ ਇੰਦਰ ਵਰਗੇ, ਬ੍ਰਹਮਾ ਵਰਗੇ, ਸ਼ਿਵਜੀ ਵਰਗੇ, ਵਿਸ਼ਨੂੰ ਵਰਗੇ ਤੇ ਇੰਦਰ ਵਰਗੇ, ਅੰਤ ਫਸੇ ਜਮ ਫਾਸ ਬਰੰਗੇ। ਸਤਿਗੁਰੂ ਕਹਿੰਦੇ ਉੱਪਰਲੇ ਸਾਰੇ ਨਹੀਂ, ਇਹ ਜਿਹੜੇ ਇਹ ਜਿੰਨੇ ਆ ਨਾ ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਇਹ ਵੀ ਅੰਤ ਨੂੰ ਜਿਹੜੇ ਜਮਾਂ ਦੀ ਫਾਹੀ ਦੇ ਪੈਣਗੇ। ਕਹਿਣ ਤੋਂ ਭਾਵ ਸਤਿਗੁਰਾਂ ਦਾ ਜਿੰਨੇ ਵੀ ਰਾਜ ਕਰਨ ਵਾਲੇ ਆ, ਜਿੰਨੇ ਵੀ ਹਾਥੀਆਂ ਦਾ ਦਾਨ ਦੇਣ ਵਾਲੇ ਆ, ਕਰੋੜਾਂ ਇਸ਼ਨਾਨ ਕਰਨ ਵਾਲੇ ਆ, ਦਾਨ ਦੇਣ ਵਾਲੇ ਆ, ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਇਹ ਜਿੰਨੇ ਵੀ ਆ ਨਾ, ਅੰਤ ਫਸੇ ਜਮ ਫਾਸ ਪਰੈਂਗੇ। ਅਖੀਰਲੇ ਸਮੇਂ ਇਹ ਮਨੁੱਖ ਜਿਹੜੇ ਆ ਅੰਤ ਫਸੇ, ਜਮਾਂ ਦੀ ਫਾਹੀ ਇਹਨਾਂ ਨੂੰ ਪਵੇਗੀ। ਅਖੀਰ ਨੂੰ ਇਹਨਾਂ ਨੂੰ ਜਿਹੜਾ ਆ ਜਮ ਫਾਸ ਪਰੈਂਗੇ, ਅੰਤ ਨੂੰ ਇਹਨਾਂ ਨੂੰ ਜਿਹੜਾ ਆ ਜਮਾਂ ਦੀ ਫਾਹੀ ਇਹਨਾਂ ਦੇ ਗਲ ਪਏਗੀ। ਪਰ ਉਹਨਾਂ ਦੇ ਗਲ ਨਹੀਂ ਪਏਗੀ। ਹੁਣ ਸਤਿਗੁਰ ਕਹਿੰਦੇ ਪੁੱਛੀਏ ਸਤਿਗੁਰ ਕਿਹਨਾਂ ਦੇ ਗਲ ਫਿਰ ਫਾਹੀ ਨਹੀਂ ਪਏਗੀ?
ਜੇ ਨਰ ਸਿਰੀ ਪੱਤ ਕੇ ਪ੍ਰਸ ਹੈ। ਸਤਿਗੁਰ ਕਹਿੰਦੇ ਜੇ ਨਰ, ਜੇ ਕਿਤੇ ਉਹ ਨਰ, ਜੇ ਕਿਤੇ ਉਹ ਨਰ, ਵਾਹਿਗੁਰੂ, ਹਾਂਜੀ ਪੱਗ ਤੇ ਵਿਸ਼ਰਾਮ ਹੈ। ਜੇ ਨਰ, ਜੇ ਉਹ ਮਨੁੱਖ, ਸਿਰੀ ਪੱਤ, ਸ਼੍ਰੀ ਇਹ ਹੈ ਲక్ష్ਮੀ ਦਾ ਪਤੀ ਪਰਮੇਸ਼ਰ ਅਕਾਲ ਪੁਰਖ। ਜੇ ਨਰ, ਜੇ ਉਹ ਮਨੁੱਖ, ਇਹਨਾਂ ਉੱਪਰਲਿਆਂ ਸਾਰਿਆਂ ਦੇ ਵਿੱਚੋਂ ਕੋਈ ਵੀ ਮਨੁੱਖ, ਕੋਈ ਵੀ ਦੇਵਤਾ, ਕੋਈ ਵੀ ਜਾਣਾ, ਜੇ ਨਰ ਸਿਰੀ ਪੱਤ ਕੇ ਪ੍ਰਸ ਹੈ ਪੱਗ, ਜੇ ਕਿਤੇ ਇਹਨਾਂ ਦੇ ਵਿੱਚੋਂ ਇੱਕ ਵੀ ਉਸ ਪਰਮੇਸ਼ਰ ਦੇ ਪੈਰਾਂ ਨੂੰ ਫੜ ਲਵੇ, ਪੱਗ ਦਾ ਅਰਥ ਹੈ ਪੈਰ, ਜੇ ਇਹਨਾਂ ਚ ਇੱਕ ਵੀ ਉਸ ਪਰਮੇਸ਼ਰ ਦੇ ਪੈਰ ਫੜ ਲਵੇ, ਉਹਦੇ ਪੈਰਾਂ 'ਚ ਪੈ ਜਾਵੇ, ਉਹਨੂੰ ਸਿਮਰ ਲਵੇ, ਉਹਨੂੰ ਧਿਆ ਲਵੇ, ਤੇ ਨਰ ਫੇਰ ਨਾ ਦੇਹ ਤਰੈਂਗੇ, ਫਿਰ ਉਹ ਮਨੁੱਖ ਕਦੀ ਵੀ ਦੁਬਾਰਾ ਦੇਹ ਜਿਹੜੀ ਉਹ ਧਾਰਨ ਨਹੀਂ ਕਰੇਗਾ, ਮੁਕਤ ਹੋ ਜਾਏਗਾ ਉਹ ਮਨੁੱਖ। ਸਤਿਗੁਰ ਕਹਿੰਦੇ ਜਿੰਨੇ ਵੀ ਆ ਨਾ ਉੱਪਰਲੇ, ਹੁਣ ਆਪਾਂ ਭਾਵ ਅਰਥ ਲੈ ਕੇ ਚੱਲੀਏ, ਅਖਰੀ ਅਰਥ ਕਰ ਲਿਆ ਕਿ ਉੱਪਰਲੇ ਜਿੰਨੇ ਵੀ ਆ ਨਾ, ਭਾਵੇਂ ਮਨੁੱਖ ਆ, ਭਾਵੇਂ ਇੰਦਰ ਆ, ਭਾਵੇਂ ਹਾਥੀ ਦਾਣ ਦੇਣ ਵਾਲੇ ਆ, ਕਰੋੜਾ ਇਸ਼ਨਾਨ ਕਰਨ ਵਾਲੇ, ਬ੍ਰਹਮੇ ਵਰਗੇ, ਵਿਸ਼ਨੂੰ ਵਰਗੇ ਜਿੰਨੇ ਵੀ ਹੋਏ ਆ, ਇਹਨਾਂ ਨੂੰ ਅੰਤ ਨੂੰ ਕਾਲ ਨੇ ਖਾ ਜਾਣਾ, ਅੰਤ ਨੂੰ ਜਮ ਨੇ ਲੈ ਜਾਣਾ। ਪਰ ਸਤਿਗੁਰੂ ਬਚਣਗੇ ਕਿਹੜੇ? ਸਤਿਗੁਰੂ ਕਹਿੰਦੇ ਬਚਣਗੇ ਉਹ ਜਿਹੜੇ ਪਰਮੇਸ਼ਰ ਦੇ ਪੈਰਾਂ ਤੇ ਡਿੱਗ ਪੈਣਗੇ, ਜਿਹੜੇ ਪਰਮੇਸ਼ਰ ਨੂੰ ਸਿਮਰਨਗੇ, ਜਿਹੜੇ ਪਰਮੇਸ਼ਰ ਨੂੰ ਧਿਆਉਣਗੇ। ਜੇ ਨਰ ਸਿਰੀ ਪੱਤ ਕੇ ਪਰਸ ਹੈ ਪੱਗ, ਤੇ ਨਰ ਫੇਰ ਨਾ ਦੇਹ ਧਰਨਗੇ, ਫਿਰ ਉਹ ਮਨੁੱਖ ਜਿਹੜੇ ਦੁਬਾਰਾ ਦੇਹ ਜਿਹੜੀ ਉਹ ਨਹੀਂ ਧਰਨਗੇ, ਭਾਵ ਦੁਬਾਰਾ ਉਹਨਾਂ ਦਾ ਜਨਮ ਮਰਨ ਨਹੀਂ ਹੋਵੇਗਾ। ਉਹ ਮਨੁੱਖ ਮੁਕਤ ਹੋ ਜਾਣਗੇ ਜਿਹੜੇ ਪਰਮੇਸ਼ਰ ਨੂੰ ਯਾਦ ਕਰਨਗੇ, ਜਿਹੜੇ ਪਰਮੇਸ਼ਰ ਦੇ ਪੈਰਾਂ 'ਚ ਪੈਣਗੇ। ਤੋ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ, ਕਹਾ ਭਇਓ ਜੋ ਦੋ ਲੋਚਨ ਮੂੰਦਕੈ। ਸਤਿਗੁਰਾਂ ਨੇ ਹੁਣ ਉਹਨਾਂ ਮਨੁੱਖਾਂ ਦੀ ਗੱਲ ਕੀਤੀ ਹੈ ਜਿਹੜੇ ਪਖੰਡ ਕਰਦੇ ਆ। ਸਤਿਗੁਰ ਕਹਿੰਦੇ ਕਹਾ ਭਇਓ ਜੋ ਦੋ ਲੋਚਨ ਮੂੰਦਕੈ। ਲੋਚਨ ਦਾ ਅਰਥ ਵੀ ਆਪਾਂ ਨੇਤਰ ਪਹਿਲਾਂ ਸ਼ਬਦ ਆਇਆ ਸੀ ਤੇ ਹੁਣ ਲੋਚਨ ਆਇਆ, ਇਹਨਾਂ ਦਾ ਅਰਥ ਹੁੰਦਾ ਹੈ ਅੱਖਾਂ। ਲੋਚਨ ਦਾ ਅਰਥ ਵੀ ਅੱਖਾਂ ਹੁੰਦੀਆਂ ਤੇ ਨੇਤਰ ਦਾ ਅਰਥ ਵੀ ਅੱਖਾਂ ਹੁੰਦੀਆਂ। ਇਹ ਯਾਦ ਰੱਖਣ ਜੋ ਗੱਲਾਂ, ਕਿਉਂਕਿ ਸ਼ਬਦ ਆਪਾਂ ਹੁਣ ਸੰਥਿਆ ਜਾਂ ਵੀ ਕਰਨੀ ਹੈ ਤੇ ਜਿਹੜੇ ਜ਼ਿਆਦਾਤਰ ਸ਼ਬਦ ਆਉਂਦੇ ਉਹਨਾਂ ਦੇ ਅਰਥ ਆਪ ਜੀ ਯਾਦ ਰੱਖਿਓ ਜਾਂ ਲਿਖ ਲਿਆ ਕਰੋ ਕਿਸੇ ਡਾਇਰੀ ਦੇ ਵਿੱਚ। ਕਹਾ ਭਇਓ ਜੋ ਦੋ ਲੋਚਨ ਮੂੰਦਕੈ। ਸਤਿਗੁਰ ਕਹਿੰਦੇ ਕਿਉਂ ਐਵੇਂ ਅੱਖਾਂ ਮੀਟ ਕੇ ਪਖੰਡ ਕਰੀ ਜਾਂਦਾ, ਦੋਵੇਂ ਅੱਖਾਂ ਬੰਦ ਕਰਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ। ਕਿਉਂ ਬਗਲੇ ਵਾਂਗੂ, ਬਕ ਦਾ ਅਰਥ ਹੈ ਬਗਲਾ, ਕਿਉਂ ਬਗਲੇ ਵਾਂਗੂ ਬੈਠ ਕੇ ਧਿਆਨ ਲਗਾ ਕੇ ਬੈਠਾ ਲੋਕਾਂ ਨੂੰ ਰਿਝਾਉਣ ਵਾਸਤੇ ਕਿ ਮੈਂ ਬੜਾ ਧਰਮੀ ਆ, ਮੇਰੇ ਵਰਗਾ ਕੋਈ ਸਮਾਧੀ ਕਰਨ ਵਾਲਾ ਨਹੀਂ। ਕਿਉਂ ਇਸ ਤਰ੍ਹਾਂ ਬੈਠਾ ਅੱਖਾਂ ਬੰਦ ਕਰਕੇ? ਅੱਖਾਂ ਬੰਦ ਕਰਨ ਦੇ ਨਾਲ ਕੁਝ ਨਹੀਂ ਹੋਣਾ। ਕਹਾ ਭਇਓ ਜੋ ਦੋ ਲੋਚਨ ਮੂੰਦਕੈ, ਬੈਠ ਰਹੇ ਹੋ ਬਕ ਧਿਆਨ ਲਗਾਇਓ। ਬਗਲੇ ਦੀ ਵਾਂਗੂ ਧਿਆਨ ਲਾ ਕੇ ਕਿਉਂ ਬੈਠਾ ਹੈ? ਨਹਾਤ ਫਿਰਿਓ, ਨਹਾਤ ਪੜਨਾ ਪੈਰ 'ਚ ਹਾਹਾ ਜਿਹੜਾ, ਇਹਨੂੰ ਭਾਰਾ ਕਰਕੇ ਨਾਤ, ਨਾਤ ਨਹੀਂ ਪੜਨਾ, ਨਾਤ। ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਸਤਿਗੁਰ ਕਹਿੰਦੇ ਭਾਵੇਂ 7 ਸਮੁੰਦਰਾਂ 'ਚ ਨਹਾਇਆ ਜਾ ਕੇ, 7 ਸਮੁੰਦਰਾਂ ਦਾ ਇਸ਼ਨਾਨ ਕਰ ਲਾ, ਲੋਕ ਗਇਓ ਪਰ ਲੋਕ ਗਵਾਇਓ, ਤੇਰਾ ਲੋਕ ਵੀ ਚਲਾ ਜਾਣਾ ਤੇ ਪਰਲੋਕ ਵੀ ਚਲਾ ਜਾਣਾ। ਹੁਣ ਅਖੀਰਲੀ ਪੰਕਤੀ 'ਚ ਸਤਿਗੁਰਾਂ ਨੇ ਖੁਲਾਸਾ ਕਰਨਾ ਕਿਹਨਾਂ ਦਾ ਲੋਕ ਜਾਣਾ ਤੇ ਕਿਹਨਾਂ ਦਾ ਪਰਲੋਕ ਜਾਣਾ। ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਉਹਨਾਂ ਦਾ ਲੋਕ ਵੀ ਜਾਣਾ, ਪਰਲੋਕ ਵੀ, ਜਿਹੜਾ 7 ਸਮੁੰਦਰਾਂ 'ਚ ਭਾਵੇਂ ਨਹਾਈ ਜਾਵੇ। ਬਾਸ ਕੀਓ ਵਿਖਿਆਨ ਸੋ ਬੈਠ ਕੇ। ਬਾਸ ਦਾ ਅਰਥ ਹੈ ਵਸਣਾ, ਵਿਖਿਆਨ ਦਾ ਅਰਥ ਹੈ ਜੰਗਲ ਦੇ ਵਿੱਚ, ਘਰ ਤੋਂ ਬਾਹਰ ਜਾ ਕੇ। ਬਾਸ ਕੀਓ ਵਿਖਿਆਨ ਸੋ ਬੈਠ ਕੇ। ਸਤਿਗੁਰ ਕਹਿੰਦੇ ਆ ਕਿ ਬਾਹਰ ਜਾ ਕੇ ਸਮਾਧੀ ਲੈ ਕੇ, ਵਿਖਿਆਨ ਸੋ ਬੈਠ ਕੇ। ਕਿਉਂ ਐਵੇਂ ਆਪਣੀ ਜਿਹੜੀ ਉਮਰ ਆ ਨਾ ਉਹ, ਵਾਹਿਗੁਰੂ, ਕਿਉਂ ਬਾਹਰ ਜਾ ਕੇ, ਵਾਹਿਗੁਰੂ, ਬਾਸ ਕੀਓ ਵਿਖਿਆਨ ਸੋ ਬੈਠ ਕੇ। ਸਤਿਗੁਰ ਕਹਿੰਦੇ ਆ ਕਿ 2 ਤਰ੍ਹਾਂ ਦੇ ਅਰਥ ਹਨ। ਪਹਿਲਾ ਕਿ ਬਾਸ ਕੀਓ, ਕੋਈ ਬਾਹਰ ਜਾ ਕੇ ਜੰਗਲਾਂ ਦੇ ਵਿੱਚ ਬੈਠਦੇ ਆ, ਬਾਸ ਕੀਓ ਵਿਖਿਆਨ ਸੋ ਬੈਠ ਕੇ। ਤੇ ਇਹਦਾ ਅਰਥ ਇਹ ਵੀ ਕੀਤਾ ਜਾਂਦਾ ਬਾਸ ਕੀਓ ਵਿਖਿਆਨ ਸੋ ਬੈਠ ਕੇ। ਕਿਉਂ ਤੂੰ ਬੈਠ ਕੇ ਵਿਖਿਆਨ ਕਰਦਾ ਹੈ, ਦੂਸਰਿਆਂ ਦੇ ਨਾਲ ਬਹਿਸ ਕਰਦਾ ਹੈ ਵਿਖਿਆਨ ਕਰ ਕਰਕੇ ਕਿ ਇਹ ਪਰਮੇਸ਼ਰ ਦਾ ਗੁਣ ਐਵੇਂ ਗਾਓ, ਪਰਮੇਸ਼ਰ ਦੇ ਗੁਣ ਇੰਝ ਗਾਓ। ਵੱਖ-ਵੱਖ ਤਰ੍ਹਾਂ ਦੀਆਂ ਵਿਚਾਰਧਾਰਾ ਹਨ। ਪਰਮੇਸ਼ਰ ਦੇ ਨਾਂ ਤੇ ਲੋਕ ਅੱਜ ਕੱਲ੍ਹ ਲੜੀ ਜਾਂਦੇ ਆ, ਉਦੋਂ ਵੀ ਲੜਦੇ ਸੀ, ਹੁਣ ਵੀ ਆਉਣ ਵਾਲੇ ਸਮੇਂ 'ਚ ਵੀ ਲੜ ਰਹੇ ਆ। ਸਤਿਗੁਰ ਕਹਿੰਦੇ ਇਹ ਵੀ ਮਨੁੱਖ ਜਿਹੜਾ ਬਾਸ ਕੀਓ ਵਿਖਿਆਨ, ਕਿਉਂ ਤੂੰ ਦੁੱਖਾਂ ਦੇ ਨਾਲ ਬੈਠ ਕੇ ਇਸ ਬਾਰੇ ਇਹਨਾਂ ਗੱਲਾਂ ਬਾਰੇ ਵਿਖਿਆਨ ਕਰਦਾ ਹੈ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬਹਿਸ ਬਤਾਇਓ। ਇਸ ਤਰ੍ਹਾਂ ਹੀ ਤੂੰ ਜਿਹੜਾ ਹੈ ਨਾ ਬਹਿਸ ਕੇ, ਇਸ ਤਰ੍ਹਾਂ ਹੀ ਤੂੰ ਬਹਿਸ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਲਿਆ। ਬਾਸ ਕੀਓ ਵਿਖਿਆਨ ਸੋ ਬੈਠ ਕੇ, ਐਸੇ ਹੀ ਐਸੇ
सो बहस बतायो, क्यों तू अपनी उम्र जिहड़ी है सारी इन्हां गल्लां दे विच ही लंघा दित्ती कि परमेश्वर है जां नहीं है, परमेश्वर किड्डा वड्डा है, परमेश्वर किहो जिहा है, परमेश्वर नूं मिलना किवें। इहो जिहियां गल्लां दी बहस दे विच ही तू अपना जीवन बतीत कर लिया। फिर सतगुरु प्राप्ति किवें है? जे ਅੱਖਾਂ ਬੰਦ ਕਰਕੇ ਧਿਆਨ ਲਾਉਣ ਨਾਲ ਪ੍ਰਾਪਤੀ ਨਹੀਂ ਹੈ, ਜੇ ਸਮੁੰਦਰਾਂ ਤੇ ਨਹਾਉਣ ਨਾਲ ਪ੍ਰਾਪਤੀ ਨਹੀਂ ਹੈ, ਤੇ ਫਿਰ ਜੇ ਬਖਿਆਨ ਕਰਨ ਦੇ ਨਾਲ, ਜੰਗਲਾਂ 'ਚ ਵਾਸਾ ਕਰਨ ਦੇ ਨਾਲ ਪ੍ਰਾਪਤੀ ਨਹੀਂ ਹੈ, ਫਿਰ ਪ੍ਰਾਪਤੀ ਕਿਵੇਂ ਹੈ? ਸਤਿਗੁਰ ਕਹਿੰਦੇ ਮੇਰੀ ਇੱਕੋ ਗੱਲ ਸੁਣ ਲਓ, ਸਾਚ ਕਹੂੰ ਸੁਣ ਲਿਹੋ ਸਭੈ। ਸਾਰੇ ਸੁਣ ਲਓ ਮੇਰੀ ਇੱਕੋ ਗੱਲ ਧਿਆਨ ਦੇ ਨਾਲ। ਸਤਿਗੁਰ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪ੍ਰੇਮ ਕੀਤਾ ਹੈ, ਉਹਨਾਂ ਨੂੰ ਪਰਮਾਤਮਾ ਪ੍ਰਾਪਤ ਹੋ ਗਿਆ। ਭਾਵੇਂ ਉਹ ਸਮਾਧੀ ਵਿੱਚ ਬੈਠੇ ਸੀ, ਪਰ ਸਮਾਧੀ 'ਚ ਕਿਵੇਂ ਬੈਠੇ? ਪ੍ਰੇਮ ਦੇ ਨਾਲ। ਜਿਨ੍ਹਾਂ ਨੇ ਪਿਆਰ ਦੇ ਨਾਲ ਸਮਾਧੀ ਲਾਈ, ਬਗਲੇ ਦੀ ਤਰ੍ਹਾਂ ਨਹੀਂ। ਬਗਲਾ ਹੁੰਦਾ ਨਾ, ਅੱਖਾਂ ਮੀਟਦਾ ਹੈ, ਤੇ ਉਹ ਕਾਹਦੇ ਵਾਸਤੇ ਮੀਟਦਾ? ਵੀ ਜਦੋਂ ਕੋਈ ਮੱਛੀ ਡੱਡੀ ਆਵੇ ਪੈਰ ਥੱਲੇ, ਉਸੇ ਵੇਲੇ ਉਹਨੂੰ ਚਬਾ ਲਵਾਂ, ਚੁੱਕ ਲਵਾਂ ਹੇਠਾਂ। ਤੇ ਇਸ ਤਰ੍ਹਾਂ ਦੀ ਸਮਾਧੀ ਨਹੀਂ। ਸਤਿਗੁਰ ਕਹਿੰਦੇ ਜਿਨ੍ਹਾਂ ਪਿਆਰ ਦੇ ਨਾਲ ਸਮਾਧੀ ਲਈ, ਜਿਨ੍ਹਾਂ ਨੇ ਇਸ਼ਨਾਨ ਵੀ ਕੀਤਾ, ਪਿਆਰ ਦੇ ਨਾਲ ਕੀਤਾ ਇਸ਼ਨਾਨ। ਪਰਮੇਸ਼ਰ ਨੂੰ ਸਿਮਰਨ ਵਾਸਤੇ ਨਾ ਇਸ਼ਨਾਨ ਹੀ ਮੁੱਖ ਨਹੀਂ ਬਣਾਇਆ, ਪਰਮੇਸ਼ਰ ਨੂੰ ਸਿਮਰਨ ਵਾਸਤੇ ਜਿਨ੍ਹਾਂ ਨੇ ਜਿਹੜਾ ਉਹ ਪਿਆਰ ਕਰਨ ਵਾਸਤੇ ਇਸ਼ਨਾਨ ਕਰਕੇ ਇਹਨੂੰ ਸਿਮਰਿਆ, ਤੇ ਜਿਨ੍ਹਾਂ ਨੇ ਬੈਠ ਕੇ ਪਰਮੇਸ਼ਰ ਦੇ ਗੁਣਾਂ ਦਾ ਵਖਿਆਨ ਕੀਤਾ, ਉਹਨਾਂ ਦਾ ਜਿਹੜਾ ਨਾ ਭਲਾ ਹੋਣਾ ਹੈ। ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੈ ਜਿਹੜੇ ਇਹਨਾਂ ਕਰਮਾਂ ਦੇ ਵਿੱਚ ਪਰਮੇਸ਼ਰ ਨੂੰ ਲੈ ਕੇ ਆਉਂਦੇ ਆ, ਪਰਮੇਸ਼ਰ ਨਾਲ ਪ੍ਰੇਮ ਪਾਉਂਦੇ ਆ, ਪ੍ਰੇਮ ਦੇ ਨਾਲ ਜਿਹੜੇ ਸਿਮਰਦੇ ਆ, ਉਹਨਾਂ ਨੂੰ ਪ੍ਰਾਪਤੀ ਹੈ। ਹੋਰ ਕਿਸੇ ਤਰੀਕੇ ਦੇ ਨਾਲ, ਕੋਈ ਸਮਾਧੀਆਂ ਨਾਲ, ਕੋਈ ਕਿਤੇ ਤੀਰਥਾਂ ਦੇ ਇਸ਼ਨਾਨ ਦੇ ਨਾਲ, ਹੋਰ ਵਖਿਆਨ ਕਰਨ ਦੇ ਨਾਲ ਪ੍ਰਾਪਤੀ ਨਹੀਂ ਹੈ, ਗੱਲਾਂ ਦੇ ਨਾਲ ਪ੍ਰਾਪਤੀ ਨਹੀਂ ਹੈ। ਪ੍ਰਾਪਤੀ ਹੈ ਤੇ ਸਿਰਫ ਪਰਮੇਸ਼ਰ ਦੇ ਨਾਲ ਪ੍ਰੇਮ ਪਾਉਣ ਦੇ ਨਾਲ ਪ੍ਰਾਪਤੀ ਹੈ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ, ਆਖਰੀ ਸਵਈਆ ਹੈ 10ਵਾਂ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਸਤਿਗੁਰ ਕਹਿੰਦੇ ਆ ਕਿ ਭਾਈ ਕਿ ਤੂੰ ਜਿਹੜਾ ਹੈ ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਆਪਣੇ ਸਿਰ ਦੇ ਉੱਤੇ ਕਾਹੂ ਲੈ ਪਾਹਣ ਪੂਜ ਧਰਿਓ ਸਿਰ। ਕਿਉਂ ਆਪ ਜਿਹੜਾ ਹੈ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਪੱਥਰਾਂ ਦੇ ਅੱਗੇ ਕਿਉਂ ਮੱਥਾ ਟੇਕਦਾ ਹੈ? ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਆਪਣਾ ਸਿਰ ਪੱਥਰ ਦੇ ਅੱਗੇ ਕਿਉਂ ਰੱਖਦਾ ਹੈ? ਪਾਹਣ ਦਾ ਅਰਥ ਹੈ ਪੱਥਰ। ਕਿਉਂ ਪੂਜਣਾ ਹੈ ਪੱਥਰ ਨੂੰ? ਕਾਹੂ ਲੈ ਪਾਹਣ, ਕਿਉਂ ਲੈ ਕੇ ਪਾਹਣ ਨੂੰ ਉਹਦੀ ਪੂਜਾ ਕਰਦਾ ਹੈ? ਉਹਦੇ ਅੱਗੇ ਸਿਰ ਕਿਉਂ ਨਵਾਉਣਾ ਹੈ? ਕਾਹੂ ਲੈ ਲਿੰਗ ਗਰੇ ਲਟਕਾਇਓ, ਤੇ ਕਾਹੂ ਗਲ ਦੇ ਵਿੱਚ ਜਿਹੜਾ ਹੈ ਸ਼ਿਵ ਲਿੰਗ ਨੂੰ ਲਮਕਾਈ ਫਿਰਦਾ। ਲੋਕ ਹੁੰਦੇ ਨਾ, ਕਈਆਂ ਨੇ ਲੋਕਟ ਪਾਇਆ ਹੁੰਦਾ, ਕੋਈ ਕਿਸ ਤਰ੍ਹਾਂ ਦਾ, ਕੋਈ ਕਿਸ ਤਰ੍ਹਾਂ ਦਾ। ਉਹਨਾਂ ਦੀ ਗੱਲ ਕੀਤੀ ਹੈ ਕਿ ਪਰਮੇਸ਼ਰ ਨੂੰ ਕਿਸੇ ਲੋਕਟ ਦੇ ਵਿੱਚ ਥੋੜੀ ਬੰਨਿਆ ਜਾ ਸਕਦਾ। ਕਾਹੂ ਲੈ ਪਾਹਣ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕਿਉਂ ਤੂੰ ਜਿਹੜਾ ਸ਼ਿਵਲਿੰਗ ਗਲ ਦੇ ਵਿੱਚ ਲਟਕਾਈ ਫਿਰਦਾ? ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਛਾਹ ਕੋ ਸੀਸ ਨਵਾਇਓ। ਸਤਿਗੁਰੂ ਕਹਿੰਦੇ ਕੁਝ ਐਸੇ ਆ ਜਿਹੜੇ ਕਹਿੰਦੇ ਆ ਕਿ ਪਰਮੇਸ਼ਰ ਜਿਹੜਾ ਉਹ ਹੈਗਾ ਪੂਰਬ ਦੇ ਵਿੱਚ, ਤੇ ਕੋਈ ਕਹਿੰਦੇ ਪੱਛਮ ਚ। ਅਵਾਚੀ ਦਾ ਭਾਵ ਹੈ ਪੂਰਬ, ਜਿੱਥੇ ਜਗਨਨਾਥ ਦਾ ਮੰਦਿਰ ਹੈ। ਇਹ ਮੰਨਿਆ ਜਾਂਦਾ ਕਿ ਉਹ ਕਹਿੰਦੇ ਕਿ ਪਰਮੇਸ਼ਰ ਹੈ ਹੀ ਪੂਰਬ ਦੇ ਵਿੱਚ। ਤੇ ਅਵਾਚੀ ਦਿਸ਼ਾ ਮੈਂ, ਕਾਹੂ ਪਛਾਹ ਕੋ ਸੀਸ ਨਵਾਇਓ। ਪਛਾਹ ਦਾ ਅਰਥ ਹੈ ਪੱਛਮ, ਜਿੱਥੇ ਮੁਸਲਮਾਨ ਲੋਕ ਮੰਨਦੇ ਕਿ ਪਰਮੇਸ਼ਰ ਜਿਹੜਾ ਮੱਕੇ ਦੇ ਵਿੱਚ ਹੈ। ਸਤਿਗੁਰੂ ਕਹਿੰਦੇ ਕਾਹੂ ਲਖਿਓ ਹਰ ਵਾਚ, ਕਿਉਂ ਪਰਮੇਸ਼ਰ ਨੂੰ ਇੱਕ ਪਾਸੇ ਬੰਨੀ ਜਾਣਾ ਹੈ ਕਿ ਉਹ ਇਸ ਦਿਸ਼ਾ ਦੇ ਵਿੱਚ ਹੈ, ਉਹ ਇਸ ਦਿਸ਼ਾ ਦੇ ਵਿੱਚ, ਤੇ ਉਧਰ ਵਾਲੇ ਪਾਸੇ ਨੂੰ ਬੰਨ ਕੇ ਤੇ ਉਧਰ ਨੂੰ ਸਿਰ ਨਵਾਈ ਜਾਣਾ। ਕਿਉਂ ਇਹੋ ਜਿਹਾ ਕੰਮ ਕਰਦਾ? ਕੋ ਬਤਾਨ ਕੋ ਪੂਜਤ ਹੈ ਪਸ। ਸਤਿਗੁਰੂ ਕਹਿੰਦੇ ਪਸ਼ੂ ਮਨੁੱਖ ਤੂੰ ਕਿਉਂ ਬੁੱਤਾਂ ਨੂੰ ਪੂਜੀ ਜਾਣਾ? ਦੇਖੋ ਸਤਿਗੁਰਾਂ ਨੇ ਸਿੱਧੀ ਗੱਲ ਕਹੀ, ਉਸ ਮਨੁੱਖ ਨੂੰ ਪਸ਼ੂ ਕਿਹਾ ਜਿਹੜਾ ਬੁੱਤ ਪੂਜਕ ਹੈ। ਸਤਿਗੁਰੂ ਕਹਿੰਦੇ ਕਿਉਂ ਬੁੱਤਾਂ ਨੂੰ ਐਵੇਂ ਪੂਜੀ ਜਾਣਾ? ਕੋ ਬੁਤਾਨ ਕੋ ਪੂਜਤ ਹੈ ਪਸ, ਪਸ ਦਾ ਅਰਥ ਹੈ ਪਸ਼ੂ ਹੈ। ਪਸ਼ੂ ਮਨੁੱਖ ਤੂੰ ਕਿਉਂ ਬੁੱਤਾਂ ਨੂੰ ਪੂਜੀ ਜਾਣਾ? ਕਉ ਮਿਰਤਾਨ ਕੋ ਪੂਜਣ ਧਾਇਓ, ਤੇ ਕਈ ਜਿਹੜੇ ਉਹ ਕਬਰਾਂ ਨੂੰ ਪੂਜੀ ਜਾਂਦੇ ਆ। ਮਿਰਤਾਨ ਦਾ ਅਰਥ ਮ੍ਰਿਤਕ, ਜਿਹੜੇ ਮਰ ਜਾਂਦੇ ਆ, ਉਹਨਾਂ ਦੀਆਂ ਕਬਰਾਂ ਨੂੰ ਪੂਜਦੇ ਆ। ਦੇਖੋ ਕਿੱਡਾ ਸਤਿਗੁਰਾਂ ਨੇ ਚੋਟ ਮਾਰੀ ਹੈ। ਇਹ ਹਰ ਸਿੱਖ ਨੂੰ ਸੋਚਣਾ ਚਾਹੀਦਾ ਕਿ ਅਸੀਂ ਕਿਹੜੇ ਪਾਸੇ ਜਾ ਰਹੇ ਹਾਂ, ਕਿ ਬੁੱਤਾਂ ਨੂੰ ਤੇ ਨਹੀਂ ਤੇ ਅਸੀਂ ਪੂਜ ਰਹੇ, ਕਿਸੇ ਅਸੀਂ ਕਬਰਾਂ ਨੂੰ ਤੇ ਨਹੀਂ ਪੂਜ ਰਹੇ। ਸਤਿਗੁਰੂ ਕਹਿੰਦੇ ਕਉ ਬੁਤਾਨ ਕੋ ਪੂਜਤ, ਕਈ ਜਿਹੜੇ ਮੂਰਖ ਆ, ਕਈ ਪਸ਼ੂ ਜਿਹੜੇ ਆ ਉਹ ਬੁੱਤਾਂ ਨੂੰ ਪੂਜੀ ਜਾਂਦੇ ਆ। ਕਈ ਜਿਹੜੇ ਆ ਮਨੁੱਖ, ਕਈ ਪਸ਼ੂ ਜਿਹੜੇ ਆ ਉਹ ਮਰਿਆਂ ਨੂੰ ਪੂਜੀ ਜਾਂਦੇ ਆ। ਪੂਰ ਕਿਰਿਆ ਉਰਜਿਓ ਸਭ ਹੀ ਜਗ। ਸਤਿਗੁਰ ਕਹਿੰਦੇ ਸਾਰਾ ਹੀ ਜਗਤ ਜਿਹੜਾ ਹੈ ਨਾ ਕੂੜ ਕਿਰਿਆ ਦੇ ਵਿੱਚ ਲੱਗਿਆ ਪਿਆ। ਪੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ।
ਉਸ ਪਰਮੇਸ਼ਰ ਦਾ, ਉਸ ਭਗਵਾਨ ਦਾ ਕਿਸੇ ਨੇ ਭੇਦ ਨਹੀਂ ਲਿਖਿਆ। ਹੁਣ ਮਨੁੱਖ ਨੂੰ ਕੋਈ ਪਾਹਣ, ਕੋਈ ਪੱਥਰ ਥੋੜੀ ਦੱਸ ਸਕਦਾ ਕਿ ਪਰਮੇਸ਼ਰ ਕਿਵੇਂ ਦਾ ਤੇ ਉਹਨੂੰ ਕਿਵੇਂ ਗੁਣ ਗਾਣੇ ਆ। ਨਾ ਪਰਮੇਸ਼ਰ ਦਾ ਪੱਥਰ ਨੇ ਨਾਲ ਹੀ ਪਤਾ ਲੱਗ ਸਕਦਾ, ਤੇ ਕੋਈ ਸ਼ਿਵਲਿੰਗ ਕੋਲੋਂ ਇਹ ਥੋੜੀ ਪੁੱਛ ਸਕਦਾ ਕਿ ਸਾਨੂੰ ਦੱਸੋ ਰਸਤਾ ਕੀ ਹੈ ਪਰਮੇਸ਼ਰ ਨੂੰ ਮਿਲਦਾ। ਨਹੀਂ, ਕਦੀ ਪੱਥਰ ਨੇ ਕਿਹਾ ਕਿ ਭਾਈ ਤੇਰੇ ਅੰਦਰ 5 ਵਿਕਾਰ ਹੈ ਤੇ ਇਹਨਾਂ ਨੂੰ ਖਤਮ ਕਰ? ਨਹੀਂ ਹੋ ਸਕਦਾ। ਕਾਹੂ ਲਖਿਆ ਵਾਚੀ ਦਿਸਾ ਮੈਂ ਕਾਹੂ ਪੁਸ਼ਪੋ। ਪਰਮੇਸ਼ਰ ਨੂੰ ਇੱਕ ਜਗ੍ਹਾ ਦੇ ਉੱਤੇ ਰੱਖ ਕੇ ਥੋੜੀ ਉਹਨੂੰ ਧਿਆਇਆ ਜਾ ਸਕਦਾ, ਉੱਤੇ ਹਰ ਜਗ੍ਹਾ ਦੇ ਉੱਤੇ ਬਿਰਾਜਮਾਨ ਹੈ। ਕੋ ਬੁਤਾਨ ਕੋ ਪੂਜਤਾ ਹੈ, ਕੋਈ ਬੁੱਤਾਂ ਨੂੰ ਪੂਜੀ ਜਾਂਦਾ, ਕੋਈ ਮਰਿਆ ਨੂੰ, ਕਬਰਾਂ ਨੂੰ ਪੂਜੀ ਜਾਂਦਾ। ਸਤਿਗੁਰਾਂ ਨੇ ਸਿੱਧੀ ਚੋਟ ਮਾਰੀ ਆ। ਸਤਿਗੁਰ ਕਹਿੰਦੇ ਸਾਰੇ ਮੂਰਖਿਆ ਕੂਰ ਕਿਰਿਆ, ਇਹ ਝੂਠੀ ਤੇ ਕੂੜੀ ਤੇ ਮਾੜੀ ਕਿਰਿਆ ਦੇ ਵਿੱਚ ਮਨੁੱਖ ਲੱਗੇ ਉਲਝੇ ਹੋਏ ਆ। ਸਭ ਹੀ ਜਗ, ਇੱਕ ਨਹੀਂ ਸਾਰਾ ਜਗਤ ਹੀ ਇਸ ਪਾਸੇ ਲੱਗਾ ਹੋਇਆ। ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਿੱਖਾ, ਉਸ ਪਰਮੇਸ਼ਰ ਦਾ ਕਿਸੇ ਨੇ ਭੇਦ ਨਹੀਂ ਪਾਇਆ। ਪਰ ਤੂੰ ਇੱਕ ਗੱਲ ਯਾਦ ਰੱਖੀ, ਤੇਰੇ ਵਾਸਤੇ ਇਹ ਸਾਰੇ ਕੰਮ ਮਨਾ ਆ। ਤੂੰ ਉਸ ਪਰਮੇਸ਼ਰ ਨੂੰ ਜਾਣਨ ਵਾਸਤੇ ਇੱਕ ਕੰਮ ਕਰੀ, ਕੀ ਹੈ ਕਿ ਉਹਦੇ ਨਾਲ ਪ੍ਰੇਮ ਪਾਈ, ਤੇ ਜਦੋਂ ਉਹਨੂੰ ਪ੍ਰੇਮ ਪਾਏਗਾ ਤੇ ਉਹਦੇ ਨਾਲ ਤੇਰਾ ਮਿਲਾਪ ਹੈ। ਹੋਰ ਕਿਸੇ ਰਸਤੇ ਦੇ ਨਾਲ ਉਹਦਾ ਮਿਲਾਪ ਨਹੀਂ ਹੈ। ਭਾਵੇਂ ਮਨੁੱਖ ਜਿੰਨੇ ਮਰਜ਼ੀ ਬੁੱਤਾਂ ਨੂੰ ਪੂਜੀ ਜਾਵੇ, ਭਾਵੇਂ ਜਿੰਨੇ ਮਰਜ਼ੀ ਜਾ ਕੇ ਇਸ਼ਨਾਨ ਕਰੀ ਜਾਵੇ, ਜੋ ਮਰਜ਼ੀ ਕਰੀ ਜਾਵੇ, ਪਰ ਪ੍ਰਾਪਤੀ ਜਿਹੜੀ ਹੈ ਪ੍ਰੇਮ ਦੇ ਨਾਲ ਹੈ। ਪ੍ਰੇਮਾ ਭਗਤੀ ਦੇ ਨਾਲ ਪ੍ਰਾਪਤੀ ਹੈ, ਹੋਰ ਕਿਸੇ ਤਰੀਕੇ ਦੇ ਨਾਲ ਪ੍ਰਾਪਤੀ ਨਹੀਂ ਹੈ। ਸੋ ਸਾਧ ਸੰਗਤ, ਇੱਥੇ ਆਪਾਂ ਜਿਹੜਾ ਹੈ 10 ਸਵਈਆਂ ਦੀ ਸਮਾਪਤੀ ਕਰਦੇ ਹਾਂ। ਕੱਲ ਤੋਂ ਆਪਾਂ ਜਿਹੜਾ ਹੈ ਜਾਪ ਸਾਹਿਬ ਦੀ ਜਿਹੜੀ ਸੰਥਿਆ ਹੈ ਅਰਥਾਂ ਸਮੇਤ, ਉਹ ਆਰੰਭ ਕਰਨੀ ਹੈ ਜਾਪ ਸਾਹਿਬ ਦੀ। ਤੇ ਜਾਪ ਸਾਹਿਬ ਜਿਹੜੀ ਕਾਫੀ ਸੰਗਤ ਨੂੰ ਸ਼ਾਇਦ ਜਾਪ ਸਾਹਿਬ ਦੀ ਬਾਣੀ ਦੇ ਜਿਹੜੇ ਆ ਉਹ ਸੰਥਿਆ ਚੰਗੀ ਤਰ੍ਹਾਂ ਨਹੀਂ ਹੁੰਦੀ, ਕਿਉਂਕਿ ਕਾਫੀ ਜਿਹੜੀ ਆ ਮਹਿੰਗੀ ਬਾਣੀ ਹੈ। ਇਸ ਕਰਕੇ ਆਪ ਸੰਗਤ ਨੇ ਇਸੇ ਤਰ੍ਹਾਂ ਹੀ ਜੁੜਦੇ ਰਹਿਣਾ, ਤਾਂ ਕਿ ਜੋ ਵਰਡ ਹੈ ਉਹ ਬੋਲਣ ਦੀ ਜਾਚ ਆ ਜਾਵੇ। ਤੇ ਜਦੋਂ ਆਪਾਂ ਸਿੱਖਦੇ ਹਾਂ, ਸਿੱਖਣ ਦੇ ਨਾਲ ਹਰ ਚੀਜ਼ ਆ ਜਾਂਦੀ ਹੈ। ਮਿਹਨਤ ਤੇ ਹਰ ਚੀਜ਼ ਮੰਗਦੀ ਹੈ। ਸੋ ਆਪਾਂ ਕੱਲ ਤੋਂ ਜਾਪ ਸਾਹਿਬ ਦੀ ਜਿਹੜੀ ਸੰਥਿਆ ਉਹ ਆਰੰਭ ਕਰਨੀ ਹੈ। ਸੋ ਆਪ ਸਭ ਸੰਗਤ ਦਾ ਧੰਨਵਾਦ। ਦਾਸ ਵੱਲੋਂ ਹੁਣ ਫਤਿਹ ਪ੍ਰਵਾਨ ਕਰੋ। ਹੁਣ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨਾਲ, ਜੋ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਹੈ, ਉਹਨਾਂ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਇੰਨੀ ਇੱਕ ਬੇਨਤੀਆਂ ਪ੍ਰਵਾਨ, ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗਿਆਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗਿਆਨੀ ਲਖਬੀਰ ਸਿੰਘ ਜੀ ਪਾਸੋਂ ਜੋ ਸੁਦਾ ਸਵਈਏ, ਜਿਨ੍ਹਾਂ ਨੂੰ ਅੰਮ੍ਰਿਤ ਵਾਲੇ ਸਵਈਏ ਵੀ ਕਿਹਾ ਜਾਂਦਾ, ਉਹਨਾਂ ਦੀ ਵਿਚਾਰ ਸੰਥਿਆ ਸ਼ਰਵਣ ਕਰ ਰਹੇ ਸੀ। ਮੈਂ ਬੈਠਾ ਨਾਲ ਸੁਣ ਰਿਹਾ ਸੀ। ਬੜੀ ਹੈਰਾਨੀ ਵੀ ਕਈ ਵਾਰ ਹੁੰਦੀ ਹੈ ਮਨ ਦੇ ਅੰਦਰ। ਗੁਰੂ ਸਾਹਿਬ ਨੂੰ ਖੁਦ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣਾ ਪੈ ਗਿਆ ਕਿ ਸਾਚ ਕਹੋ ਸੁਣ ਲਿਓ ਸਭੈ, ਕਿ ਮੈਂ ਸੱਚ ਕਹਿ ਰਿਹਾ ਤੇ ਸਾਰੇ ਸੁਣ ਲਓ। ਗੁਰੂ ਨੂੰ ਵੀ ਕਹਿਣਾ ਪੈ ਗਿਆ, ਪਤਾ ਸੀ ਕੱਲ ਨੂੰ ਸਿੱਖ ਮੇਰੇ ਤੇ ਉਂਗਲਾਂ ਚੱਕਣਗੇ। ਉਹਨਾਂ ਨੂੰ ਕਹਿਣਾ ਪਿਆ ਕਿ ਮੈਂ ਸੱਚ ਕਹਿ ਰਿਹਾ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹਦੇ ਮਨ ਵਿੱਚ ਪ੍ਰੇਮ ਹੈ ਪਰਮਾਤਮਾ, ਉਹਨਾਂ ਨੂੰ ਮਿਲਣਾ ਹੈ। ਨਾ ਤੇ ਪੱਥਰ ਅੱਗੇ ਸਿਰ ਰੱਖ ਕੇ ਮੱਥਾ ਟੇਕਣ ਵਾਲਿਆਂ ਨੂੰ, ਨਾ ਗਲ ਵਿੱਚ ਸ਼ਿਵਲਿੰਗ ਲਟਕਾਉਣ ਵਾਲਿਆਂ ਨੂੰ, ਨਾ ਦੱਖਣ ਵੱਲ ਪਰਮਾਤਮਾ ਲੱਭਣ ਵਾਲਿਆਂ ਨੂੰ, ਨਾ ਪੱਛਮ ਵੱਲ ਖੁਦਾ ਲੱਭਣ ਵਾਲਿਆਂ ਨੂੰ, ਨਾ ਬੁੱਤਾਂ ਨੂੰ ਪੂਜਣ ਵਾਲਿਆਂ ਨੂੰ, ਤੇ ਨਾ ਕਬਰਾਂ ਨੂੰ ਮੁਰਦਿਆਂ ਨੂੰ ਪੂਜਣ ਵਾਲਿਆਂ ਨੂੰ। ਇਹ ਝੂਠੀਆਂ ਕਿਰਿਆਵਾਂ ਨੇ ਜਿਹਦੇ ਅੰਦਰ ਸੰਸਾਰ ਉਲਝ ਕੇ ਰਹਿ ਗਿਆ। ਤੇ ਭੇਦ ਪਰਮਾਤਮਾ ਦਾ ਕਿਸੇ ਨੇ ਨਹੀਂ ਪਾਇਆ, ਭੇਦ ਉਹਨੇ ਪਾਇਆ ਹੈ ਜਿਨ ਪ੍ਰੇਮ ਕੀਓ, ਜਿਹਨੇ ਮਨ ਦੇ ਅੰਦਰ ਪ੍ਰੇਮ ਧਾਰ ਲਿਆ। ਪ੍ਰੇਮ ਤੋਂ ਬਿਨਾਂ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਉਹ ਨਹੀਂ ਹੈ। ਦੂਜਾ, ਅੱਜ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਨ ਹੈ। ਮੈਸੇਜ ਆ ਰਹੇ ਸਨ ਸਵੇਰ ਦੇ ਕਿ ਉਹਨਾਂ ਦੇ ਜੀਵਨ ਦੀ ਵਿਚਾਰ ਜਿਹੜੀ ਉਹ ਜ਼ਰੂਰ ਕੀਤੀ ਜਾਏ। ਤੇ ਮਨ ਵਿੱਚ ਆਇਆ ਕਿ ਗੱਲ ਹੈ ਵੀ ਠੀਕ ਕਿ ਉਹਨਾਂ ਦੇ ਜੀਵਨ ਦੀ ਵਿਚਾਰ ਕਰਨੀ ਬਣਦੀ ਵੀ ਹੈ, ਕਿਉਂਕਿ ਸਾਡੇ ਅੰਦਰ ਬੜੇ ਭੁਲੇਖੇ ਬਾਬਾ ਸ਼੍ਰੀ ਚੰਦ ਜੀ ਦੇ ਪਰਥਾਏ ਜਿਹੜੇ ਉਹ ਪਾ ਦਿੱਤੇ ਗਏ ਨੇ। ਇਤਿਹਾਸ ਅਸੀਂ ਆਪ ਪੜ੍ਹ ਕੇ ਖੁਸ਼ ਨਹੀਂ ਹੁੰਦੇ, ਆਪ ਅਸੀਂ ਪੜ੍ਹਨਾ ਚਾਹੁੰਦੇ ਵੀ ਨਹੀਂ ਇਤਿਹਾਸ ਨੂੰ। ਜੋ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ WhatsApp ਤੇ ਆ ਗਿਆ ਸੀ ਉਹਨੂੰ ਸਮਝ ਲੈਣੇ ਇਹੀ ਸਹੀ ਹੈ। ਬਾਬਾ ਸ਼੍ਰੀ ਚੰਦ ਦੇ ਪਰਥਾਏ ਇੱਕ ਪੰਕਤੀ ਜਿਹੜੀ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਬੜੀ ਪ੍ਰਚਲਿਤ ਕੀਤੀ ਜਾਂਦੀ ਹੈ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੇ ਪਰਥਾਏ। ਗੁਰੂ ਗ੍ਰੰਥ ਸਾਹਿਬ ਦੀ ਉਹ ਪੰਕਤੀ ਹੈ ਕਿ ਪੁੱਤਰੀ ਕੌਲ ਨਾ ਪਾਲਿਓ, ਕਿ ਪੁੱਤਰਾਂ ਨੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ ਨੇ ਗੁਰੂ ਨਾਨਕ ਦੇਵ ਜੀ ਦਾ ਬਚਨ ਜਿਹੜਾ ਉਹ ਨਹੀਂ ਮੰਨਿਆ। ਦੋਵਾਂ ਪੁੱਤਰਾਂ ਨੇ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ। ਹੁਣ ਇਸ ਗੱਲ ਨਾਲ ਸਹਿਮਤ ਹਾਂ ਕਿ ਦੋਵਾਂ ਨੇ ਬਚਨ ਨਹੀਂ ਮੰਨਿਆ,
ਇੱਕ ਨਹੀਂ, ਬੜੇ ਬਚਨ ਇਹੋ ਜਿਹੇ ਸਨ ਜਿਹੜੇ ਨਹੀਂ ਮੰਨੇ। ਇਤਿਹਾਸ ਦੱਸਦਾ ਹੈ ਕਿ ਕਿਵੇਂ ਭਾਈ ਲਹਿਣੇ ਨੇ ਉਹਨਾਂ ਬਚਨਾਂ ਨੂੰ ਮੰਨਿਆ ਤੇ ਲਹਿਣਾ ਸਭ ਕੁਝ ਲੈ ਗਿਆ। ਉਹ ਅੰਗ ਬਣ ਗਿਆ, ਅੰਗਦ ਬਣ ਗਿਆ, ਗੁਰੂ ਨਾਨਕ ਹੀ ਬਣ ਗਿਆ ਉਹ, ਜਿਹਨੇ ਬਚਨਾਂ ਨੂੰ ਮੰਨਿਆ। ਪਰ ਅਸੀਂ ਇਹ ਤੇ ਬਚਨ ਪੜ੍ਹ ਲੈਂਦੇ ਹਾਂ ਕਿ ਪੁੱਤਰੀ ਕੌਲ ਨਾ ਪਾਲਿਓ, ਪਰ ਗੁਰੂ ਗ੍ਰੰਥ ਸਾਹਿਬ ਦਾ ਇਹ ਬਚਨ ਸਾਨੂੰ ਭੁੱਲ ਜਾਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਇਹ ਉਹਦਾ ਸੁਭਾਅ ਹੈ ਕਿ ਜਿਹੜਾ ਫਿਰ ਉਹਦੀ ਸ਼ਰਨ ਵਿੱਚ ਆ ਗਿਆ, ਉਹਨੂੰ ਕੰਠ, ਉਹਨੂੰ ਆਪਣੇ ਗਲ ਨਾਲ ਲਾਉਣ ਦਾ ਸੁਭਾਅ ਵੀ ਗੁਰੂ ਦਾ ਹੈ। ਜੇ ਕੋਈ ਸ਼ਰਨ ਵਿੱਚ ਆਉਂਦਾ ਹੈ ਤਾਂ ਇਹ ਨਹੀਂ ਕਿ ਜਿਹੜਾ ਸ਼ਰਨ ਵਿੱਚ ਆਵੇ ਵੀ ਹਾਂ, ਜੇ ਗੁਰੂ ਦੀ ਬਾਣੀ ਨੇ ਕਹਿ ਦਿੱਤਾ ਪੁੱਤਰੀ ਕੌਲ ਨਾ ਪਾਲਿਓ, ਤੇ ਜੇ ਉਹ ਸ਼ਰਨ ਵਿੱਚ ਬਾਅਦ ਚ ਆਏ ਤੇ ਉਹਨਾਂ ਨੂੰ ਗੱਲ ਨਾਲ ਲਾਉਣਾ ਨਹੀਂ। ਇਹ ਗੁਰੂ ਨਾਨਕ ਦੇ ਘਰ ਦਾ ਸੁਭਾਅ ਨਹੀਂ ਹੈ। ਉੱਥੇ ਕੋਈ ਵੀ ਸ਼ਰਨ ਵਿੱਚ ਆਇਆ, ਮੈਂ ਕੱਲ ਜਿਹੜੀ ਸਾਖੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਪੈਂਦੇ ਖਾਂ ਦੀ, ਉਸ ਸਾਖੀ ਦੇ ਵਿੱਚ ਗੁਰੂ ਸਾਹਿਬ ਤੇ ਉਹ ਹਮਲਾ ਕਰਨ ਆਇਆ, ਢਾਲ ਵੱਜੀ, ਥੱਲੇ ਡਿੱਗਾ ਤੇ ਗੁਰੂ ਸਾਹਿਬ ਉਹਨੂੰ ਢਾਲ ਦੀ ਛਾਂ ਕਰਦੇ ਨੇ। ਵੇਖੋ, ਇਹ ਗੁਰੂ ਨਾਨਕ ਦੇ ਘਰ ਦਾ ਸੁਭਾਅ ਹੈ। ਹੁਣ ਪੁੱਤਰੀ ਕੌਲ ਨਾ ਪਾਲਿਓ ਬੜਾ ਅਸੀਂ ਪੜਿਆ, ਪਰ ਮੈਂ ਬਾਬਾ ਸ਼੍ਰੀ ਚੰਦ ਜੀ ਦਾ ਜੀਵਨ ਦੇ ਕੁਝ ਪਹਿਲੂ ਜਿਹੜੇ ਨੇ, ਕੁਝ ਪੱਖ ਜਿਹੜੇ ਨੇ, ਉਹ ਤੁਹਾਡੇ ਸਾਹਮਣੇ ਹੁਣ ਰੱਖਾਂਗਾ। ਬਾਬਾ ਸ਼੍ਰੀ ਚੰਦ ਜੀ ਦਾ ਜਨਮ ਜਿਹੜਾ ਹੈ ਉਹ 8 ਸਤੰਬਰ 1494 ਨੂੰ ਹੋਇਆ, ਜਾਂ ਅਸੀਂ ਇਹ ਜਿਹੜੀ ਗੱਲ ਕਹਿੰਦੇ ਆ ਕਿ ਭਾਦੋਂ ਸੁਦੀ 9, ਭਾਦਰੋਂ ਦਾ ਮਹੀਨਾ ਸੀ। ਸੁਦੀ ਤੇ ਵਧੀ ਦੋ ਪੱਖ ਨੇ, ਸੁਦੀ ਤੇ ਵਧੀ। ਸੁਦੀ 9 ਨੂੰ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ 1551 ਬਿਕਰਮੀ। ਇਹ ਜ਼ਰੂਰੀ ਵੀ ਹੈ ਸਾਡੇ ਲਈ ਸੁਦੀ ਤੇ ਵਧੀ ਜਿਹੜਾ ਸਮਝਣਾ। ਜਿੰਨੀ ਦੇਰ ਅਸੀਂ ਸੁਦੀ ਤੇ ਵਧੀ ਨਹੀਂ ਸਮਝਾਂਗੇ, ਸਾਨੂੰ ਇਤਿਹਾਸਿਕ ਦਿਹਾੜਿਆਂ ਦੀ ਕਦੇ ਵੀ ਸਮਝ ਨਹੀਂ ਆਏਗੀ, ਗੁਰਪੁਰਬਾਂ ਦੀ ਸਮਝ ਸਾਨੂੰ ਕਦੇ ਨਹੀਂ ਆਏਗੀ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਪੰਕਤੀ ਕਹੀ ਹੈ, ਜਦੋਂ ਵਾਰ ਆਏ, ਥਿੱਤਾਂ ਦਾ ਜ਼ਿਕਰ ਆਇਆ, ਵਾਰਾਂ ਦਾ ਜ਼ਿਕਰ ਆਇਆ, ਉਹ ਸਾਰੇ ਜਿੰਨੇ ਵੀ ਮਹੀਨਿਆਂ ਦਾ ਜ਼ਿਕਰ ਆਇਆ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਉਹ ਸਾਰੇ ਬਿਕਰਮੀ ਸੰਮਤ ਦੇ ਅਨੁਸਾਰ ਆਇਆ, ਈਸਵੀ ਦੇ ਅਨੁਸਾਰ ਨਹੀਂ ਜੇ ਆਇਆ। ਜਿਹੜੇ 12 ਮਾਹ ਹੈ, ਭਾਵੇਂ ਉਹ ਤੁਖਾਰੀ ਰਾਗ ਦਾ ਹੈ ਤੇ ਭਾਵੇਂ ਮਾਝ ਰਾਗ ਦਾ, ਭਾਵੇਂ ਗੁਰੂ ਨਾਨਕ ਸਾਹਿਬ ਦਾ ਤੇ ਭਾਵੇਂ ਗੁਰੂ ਅਰਜਨ ਦੇਵ ਜੀ ਦਾ। ਫਿਰ ਜਦੋਂ ਥਿੱਤਾਂ ਦਾ ਜ਼ਿਕਰ ਆਇਆ ਜਾਂ ਵਾਰਾਂ ਦਾ ਜ਼ਿਕਰ ਆਇਆ, ਉੱਥੇ ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਸੁਣਾ ਰਿਹਾ ਕਿ 15 ਥਿੱਤੀ ਤੈ 7 ਵਾਰ, 7 ਵਾਰ ਨੇ ਦਿਨ ਦੇ, ਸੋਮ ਮੰਗਲ ਬੁੱਧ ਵੀਰ, ਇਸ ਤਰ੍ਹਾਂ ਕਰਕੇ। ਤੇ ਜਿਹੜੀਆਂ ਥਿੱਤਾਂ ਨੇ ਉਹ 15 ਨੇ, 15 ਥਿੱਤੀ ਤੈ 7 ਵਾਰ, ਉਹ ਸੁਦੀ ਵਧੀ ਆ ਗਈਆਂ। 15 ਸੁਦੀ ਦੀਆਂ ਨੇ ਤੇ 15 ਵਧੀ ਦੀਆਂ ਨੇ। ਸੁਦੀ ਤੇ ਵਧੀ ਸਮਝਣ ਦਾ ਮੈਂ ਤੁਹਾਨੂੰ ਸੌਖਾ ਤਰੀਕਾ ਦੱਸਦਾ ਕੀ ਹੈ। ਜਦੋਂ ਚੰਦ ਅੱਜ ਪੁੰਨਿਆ ਹੈ, ਪੂਰਾ ਚੰਦ ਹੈ ਅੱਜ, ਕੱਲ ਨੂੰ ਜਿਹੜਾ ਹੈ ਨਾ ਪੁੰਨਿਆ ਤੋਂ ਜਿਹੜਾ ਅਗਲਾ ਦਿਨ ਹੈ ਉਹ ਇੱਕ ਮੰਨਿਆ ਜਾਏਗਾ। ਇੱਕ ਏਕਮ, ਦੂਜ, ਤੀਜ ਏਦਾਂ ਹੁੰਦਾ ਨਾ, ਉਹ ਏਕਮ ਹੈ, ਪਹਿਲਾ ਦਿਨ ਹੈ। ਉਹ ਮੱਸਿਆ ਤੱਕ ਜਾਂਦਿਆਂ 15 ਦਿਨ ਨੇ, 15 ਥਿੱਤਾਂ ਨੇ, ਬਸ ਖਤਮ ਗੱਲ। ਫਿਰ ਮੱਸਿਆ ਆਈ, ਮੱਸਿਆ ਤੋਂ ਜਿਹੜਾ ਅਗਲਾ ਦਿਨ ਉਹ ਫਿਰ ਏਕਮ, ਦੂਜ, ਤੀਜ ਇਸ ਤਰ੍ਹਾਂ ਦਿਨ ਗਿਣੇ ਜਾਣਗੇ, ਤੇ ਉਹ ਫਿਰ ਪੁੰਨਿਆ ਤੱਕ ਜਾਂਦੀਆਂ ਫਿਰ 15 ਥਿੱਤਾਂ ਨੇ। ਬੜਾ ਸੌਖਾ ਹੈ। ਅਸੀਂ ਇਹਨਾਂ ਥਿੱਤਾਂ ਨੂੰ, ਸੁਦੀ ਵਧੀ ਨੂੰ ਸਮਝਦੇ ਹੀ ਨਹੀਂ। ਅਸੀਂ ਹਨੇਰੇ ਤੋਂ ਚਾਨਣ ਪੱਖ ਨੂੰ ਜਾਂਦੇ ਆ, ਮੱਸਿਆ ਤੋਂ ਅਗਲਾ ਦਿਨ ਜਿਹੜਾ ਹੈ, ਇੱਕ ਜਿਹੜਾ ਹੈ ਉਹ ਪੁੰਨਿਆ ਤੱਕ ਜਾਂਦੇ ਆ ਸੁਦੀ ਹੈ, ਤੇ ਪੁੰਨਿਆ ਤੋਂ ਬਾਅਦ ਜਿਹੜਾ ਹੌਲੀ ਹੌਲੀ ਹਨੇਰੇ ਨੂੰ ਜਾਏਗਾ ਉਹ ਵਧੀ ਹੈ। ਬਸ ਬੜਾ ਸੌਖਾ ਕੰਮ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜਨਮ ਹੈ ਨਾ, ਪੋਹ ਸੁਦੀ 7 ਨੂੰ ਹੋਇਆ। ਪੋਹ ਦੀ ਸੁਦੀ 7 ਨੂੰ, ਜਿਹੜਾ ਚਾਨਣ ਪੱਖ 7 ਨੂੰ ਹੋਇਆ, 7ਵਾਂ ਦਿਨ ਜਿਹੜਾ ਸੀਗਾ। ਬੜਾ ਸੌਖਾ ਸਿੱਧਾ ਹਿਸਾਬ ਹੈ। ਸਾਡੀ ਆਦਤ ਬਣ ਗਈ ਕਿ ਜਿਹੜੀ 1 ਜਨਵਰੀ ਹੈ ਨਾ, ਉਹ ਨਹੀਂ ਅਸੀਂ ਮਨਾਉਣੀ, ਇਹ ਜੀ ਅੰਗਰੇਜ਼ਾਂ ਦਾ ਨਵਾਂ ਸਾਲ ਹੈ। ਆਪਣਾ ਨਵਾਂ ਸਾਲ ਅਸੀਂ 1 ਚੇਤ ਨੂੰ ਹੀ ਮਨਾਉਣਾ ਹੈ, ਠੀਕ ਹੈ ਨਾ, 1 ਚੇਤ ਨੂੰ ਮਨਾਉਣੇ ਆ। ਪਰ ਜਦੋਂ ਗੁਰਪੁਰਬਾਂ ਦੀ ਗੱਲ ਆਉਂਦੀ ਹੈ, ਫਿਰ 5 ਜਨਵਰੀ ਸਾਨੂੰ ਚਾਹੀਦੀ ਹੈ, ਫਿਰ ਅਸੀਂ ਈਸਾਈ ਬਣਨ ਲਈ ਤਿਆਰ ਹਾਂ, ਫਿਰ ਸੁਦੀ ਵਧੀ ਅਸੀਂ ਪੜ੍ਹਦੇ ਹੀ ਨਹੀਂ। ਅਸੀਂ ਜਦੋਂ ਆਪ ਪੜਾਂਗੇ ਨਾ ਇਸ ਗੱਲ ਦੀ, ਤਾਂ ਸਾਨੂੰ ਸਮਝ ਆਏਗੀ, ਇਹ ਕਿਸੇ ਦੇ ਸਮਝਾਇਆ ਨਹੀਂ ਆਏਗੀ। ਇਹਨਾਂ ਸੁਦੀ ਤੇ ਵਧੀ, ਇਹਨਾਂ ਪੱਖਾਂ ਨੂੰ, ਬਿਕਰਮੀ ਸੰਨ ਨੂੰ ਸਮਝੋ। ਖੈਰ, ਭਾਦੋ ਸੁਦੀ 9 ਨੂੰ 1551 ਬਿਕਰਮੀ, ਜਿਹਦਾ ਈਸਵੀ ਸੰਨ ਬਣਦਾ ਹੈ 8 ਸਤੰਬਰ 1494, ਬਾਬਾ ਸ਼੍ਰੀ ਚੰਦ ਜੀ ਦਾ ਜਨਮ ਹੋਇਆ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਦਾਸੀਆਂ ਤੇ ਚਲੇ ਗਏ ਨਾ, ਤੇ ਮਾਤਾ ਜੀ ਇਹਨਾਂ ਨੂੰ, ਬੱਚਿਆਂ ਨੂੰ ਆਪਣੇ ਨਾਲ ਲੈ ਕੇ ਤੇ ਆਪਣਾ ਪਿੰਡ, ਕਿਉਂਕਿ ਇਹਨਾਂ ਦਾ ਨਾਨਕਾ ਪਿੰਡ ਸੀ ਤੇ ਮਾਤਾ ਸੁਲੱਖਣੀ ਜੀ ਦਾ ਆਪਣਾ ਪਿੰਡ ਸੀ, ਪੱਖੋ ਕੇ ਰੰਧਾਵੇ ਆ ਗਏ।
ਉੱਥੇ ਕੁਝ ਸਮਾਂ ਗੁਜ਼ਾਰਿਆ ਤੇ ਸਾਡਾ ਇਤਿਹਾਸ ਕਹਿੰਦਾ ਹੈ ਕਿ 11 ਸਾਲ ਦੀ ਉਮਰ ਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਕਸ਼ਮੀਰ ਵੱਲ ਨੂੰ ਚਲੇ ਗਏ। ਕਸ਼ਮੀਰ ਵੱਲ ਉੱਥੇ ਇਹਨਾਂ ਨੇ ਪੰਡਿਤ ਪੁਰਸ਼ੋਤਮ ਸੀ ਇੱਕ, ਉਹਦੇ ਕੋਲੋਂ ਸੰਸਕ੍ਰਿਤ ਇਹਨਾਂ ਨੇ ਸਿੱਖੀ। ਇੱਕ ਹੋਰ ਪੰਡਿਤ ਦਾ ਉੱਥੇ ਇੱਕ ਹੋਰ ਵਿਦਵਾਨ ਦਾ ਜ਼ਿਕਰ ਆਉਂਦਾ ਹੈ ਜਿਹਦੇ ਕੋਲੋਂ ਯੋਗ ਮਤ ਇਹਨਾਂ ਨੇ ਸਿੱਖਿਆ। ਹੁਣ ਬਾਬਾ ਸ਼੍ਰੀ ਚੰਦ ਉਦਾਸੀ ਸੰਪਰਦਾ ਦੇ ਮੁਖੀ ਹਨ। ਹੁਣ ਇਹ ਇੱਕ ਤੇ ਸਾਨੂੰ ਉਦਾਸੀ ਸੰਪਰਦਾ ਦੇ ਨਾਂ ਤੋਂ ਵੀ ਕਈਆਂ ਨੂੰ, ਮੇਰੇ ਵਰਗਿਆਂ ਨੂੰ ਅਲਰਜੀ ਹੁੰਦੀ ਹੈ। ਜਦੋਂ ਤੁਸੀਂ ਪੜ੍ਹੋਗੇ ਨਾ ਕਿਤੇ ਉਦਾਸੀ ਸੰਪਰਦਾ ਦੇ ਬਾਰੇ, ਅਸੀਂ ਕਿਸੇ ਧਰਮ ਦੇ ਬਾਰੇ ਪੜ੍ਹਦੇ ਹਾਂ ਨਾ, ਤੇ ਲਿਖਿਆ ਆਉਂਦਾ ਹੈ ਕਿ ਇਸਲਾਮ ਧਰਮ ਦਾ ਗ੍ਰੰਥ ਜਿਹੜਾ ਹੈ ਉਹ ਹੈ ਬਾਈਬਲ ਹੈ, ਲਿਖਿਆ ਆਉਂਦਾ ਹੈ ਵਾਹਿਗੁਰੂ। ਇਸਲਾਮ ਦਾ ਗ੍ਰੰਥ ਜਿਹੜਾ ਹੈ ਉਹ ਕੁਰਾਨ ਹੈ। ਈਸਾਈ ਧਰਮ ਦਾ ਗ੍ਰੰਥ ਜਿਹੜਾ ਹੈ ਉਹ ਬਾਈਬਲ ਹੈ, ਇਹ ਆਉਂਦਾ ਹੈ ਨਾ। ਅਸੀਂ ਜਦੋਂ ਵੀ ਕਦੇ ਇਹ ਪੜ੍ਹਦੇ ਹਾਂ ਨਾ ਇਸ ਬਾਬਾ ਸ਼੍ਰੀ ਚੰਦ ਜੀ ਦੇ ਬਾਰੇ, ਉਦਾਸੀ ਸੰਪਰਦਾ ਦੇ ਬਾਰੇ, ਉੱਥੇ ਲਿਖਿਆ ਮਿਲਦਾ ਹੈ ਕਿ ਉਦਾਸੀ ਸੰਪਰਦਾ ਦਾ ਜਿਹੜਾ ਧਰਮ ਗ੍ਰੰਥ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਅਸੀਂ ਪੜ੍ਹਦੇ ਨਹੀਂ ਹਾਂ ਅਸਲ ਵਿੱਚ। ਖੈਰ ਨਾਨਕੇ ਪਿੰਡ ਤੋਂ ਇਹ ਫਿਰ ਕਸ਼ਮੀਰ ਚਲੇ ਗਏ। ਕਾਫੀ ਸਮਾਂ ਇਹਨਾਂ ਨੇ ਜਿਹੜਾ ਆਪਣਾ ਉਹ ਕਸ਼ਮੀਰ ਦੀ ਧਰਤੀ ਤੇ ਗੁਜ਼ਾਰਿਆ ਬਾਬਾ ਸ਼੍ਰੀ ਚੰਦ ਜੀ ਨੇ। ਫਿਰ ਮੈਂ ਥੋੜਾ ਸ਼ਾਰਟ ਤੁਹਾਨੂੰ ਕੁਝ ਦੱਸ ਕੇ ਇੱਕ ਦੋ ਇਤਿਹਾਸਕ ਸਾਖੀਆਂ ਵੀ ਇਹਨਾਂ ਦੇ ਪਰਥਾਏ ਸੁਣਾਉਣੀਆਂ ਨੇ। ਇਹਨਾਂ ਨੇ ਆਪਣਾ ਟਿਕਾਣਾ ਜਿਹੜਾ ਉਹ ਜ਼ਿਆਦਾ ਸਮਾਂ ਬਾਰਠ ਸਾਹਿਬ ਹੈ, ਬਾਰਠ, ਬੱਬੇ ਕਨਾ ਰਾਰਾ ਠੱਠਾ, ਕੋਈ ਬਾਠ ਸਾਹਿਬ ਵੀ ਇਹਨੂੰ ਕਹਿ ਦਿੰਦੇ ਆ। ਬਾਰਠ ਸਾਹਿਬ ਹੈ, ਇਹ ਪਠਾਨਕੋਟ ਦੇ ਬਿਲਕੁਲ ਨੇੜੇ ਹੈ, ਬਿਲਕੁਲ ਹਾਈਵੇ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਹੈ। ਬਾਬਾ ਸ਼੍ਰੀ ਚੰਦ ਜੀ ਦੀ ਯਾਦ ਵਿੱਚ ਬਣਿਆ। ਇਹਨਾਂ ਨੇ ਆਪਣਾ ਟਿਕਾਣਾ ਉੱਥੇ ਬਣਾਇਆ ਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਨਗਰ ਵੀ ਵਸਾਇਆ ਹੈ। ਅਸੀਂ ਉਸ ਨਗਰ ਦਾ ਨਾਂ ਜਾਣਦੇ ਹਾਂ। ਉਹ ਨਗਰ ਹੈ ਡੇਰਾ ਬਾਬਾ ਨਾਨਕ। ਜਿਹੜਾ ਡੇਰਾ ਬਾਬਾ ਨਾਨਕ ਨਗਰ ਹੈ ਨਾ, ਇਹ ਬਾਬਾ ਸ਼੍ਰੀ ਚੰਦ ਜੀ ਨੇ ਵਸਾਇਆ। ਇਹਦੇ ਬਾਰੇ ਇਤਿਹਾਸ ਵਿੱਚ ਬੜਾ ਜ਼ਿਕਰ ਮਿਲਦਾ ਹੈ। ਕੁਝ ਇਤਿਹਾਸਕਾਰਾਂ ਨੇ ਆਖਿਆ ਕਿ ਇੱਥੇ ਇਹਨੇ ਆਪਣਾ ਦੇਹੁਰਾ ਬਣਾਇਆ ਸੀ। ਇਹਨੂੰ ਸ਼੍ਰੀ ਚੰਦ ਦਾ ਦੇਹੁਰਾ ਵੀ ਪਹਿਲੋਂ ਕਿਹਾ ਗਿਆ। ਕੁਝ ਇਤਿਹਾਸਕਾਰਾਂ ਨੇ ਆਖਿਆ ਜੀ ਇਹਨੇ ਲਿਆ ਕੇ ਇੱਥੇ ਗੁਰੂ ਨਾਨਕ ਸਾਹਿਬ ਦੀਆਂ ਅਸਥੀਆਂ ਦਬਾਈਆਂ ਸਨ, ਇਹਦਾ ਡੇਰਾ ਸੀ। ਹੌਲੀ ਹੌਲੀ ਉਹਦਾ ਨਾਂ ਡੇਰਾ ਬਾਬਾ ਨਾਨਕ, ਦੇਹਰਾ ਬਾਬਾ ਨਾਨਕ, ਜਿਹਨੂੰ ਅਸੀਂ ਹੁਣ ਡੇਰਾ ਬਾਬਾ ਨਾਨਕ ਕਹਿਣ ਲੱਗ ਪਏ, ਹੋ ਗਿਆ। ਇਹ ਨਗਰ ਡੇਰਾ ਬਾਬਾ ਨਾਨਕ ਵਸਾਇਆ ਤੇ ਆਪਣਾ ਇਹਨਾਂ ਦਾ ਟਿਕਾਣਾ ਸੀ ਬਾਰਠ ਸਾਹਿਬ, ਪਠਾਨਕੋਟ। ਹੁਣ ਅੱਗੇ ਚਲੀਏ, ਸਮਾਂ ਲੰਘਦਾ ਗਿਆ। ਇਹ ਨਹੀਂ ਕਿ ਬਾਬਾ ਸ਼੍ਰੀ ਚੰਦ ਹਰਾਂ ਨੇ, ਬਾਬਾ ਲਖਮੀ ਦਾਸ ਹੋਰਾਂ ਨੇ ਗੁਰੂ ਘਰ ਨਹੀਂ ਸੀ ਛੱਡਿਆ। ਹਾਂ, ਗੁਰੂ ਅੰਗਦ ਦੇਵ ਜੀ ਨਾਲ ਮਨ ਮੁਟਾਵ ਇਹਨਾਂ ਰੱਖਿਆ ਸੀ ਪਹਿਲੇ ਪਹਿਲ, ਪਰ ਫਿਰ ਸ਼ਰਨ ਵਿੱਚ ਆਏ ਸਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਵੀ ਆਉਂਦੇ ਰਹੇ। ਜਦੋਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਏ, ਗੁਰਤਾ ਗੱਦੀ ਤੇ ਬੈਠੇ, ਤੇ ਗੋਇੰਦਵਾਲ ਸਾਹਿਬ ਦੀ ਇਹ ਘਟਨਾ ਹੈ। ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਬੈਠੇ ਹੋਏ ਸਨ ਤਖਤ ਤੇ। ਸੰਗਤਾਂ ਬੜੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਉੱਥੇ। ਉਧਰੋਂ ਬਾਬਾ ਸ਼੍ਰੀ ਚੰਦ ਜੀ ਆਏ ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਸਨ। ਇਤਿਹਾਸ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਸਾਰੇ ਗੁਰੂ ਸਾਹਿਬਾਨਾਂ ਨੇ ਬੜਾ ਸਤਿਕਾਰ ਇਹਨਾਂ ਨੂੰ ਦਿੱਤਾ, ਬਹੁਤ ਸਤਿਕਾਰ ਦਿੱਤਾ ਹੈ। ਬਾਬਾ ਸ਼੍ਰੀ ਚੰਦ ਜੀ ਆਏ ਤੇ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੇ ਤਖਤ ਤੋਂ ਉੱਠ ਕੇ ਇਹਨਾਂ ਨੂੰ ਮਿਲੇ ਸਨ, ਅੱਗੇ ਹੋ ਕੇ ਮਿਲੇ ਸਨ ਇਹਨਾਂ ਨੂੰ। ਆਪਣੇ ਬਿਲਕੁਲ ਨਾਲ ਤਖਤ ਦੇ ਉੱਪਰ ਬਾਬਾ ਸ਼੍ਰੀ ਚੰਦ ਜੀ ਨੂੰ ਬਿਠਾਇਆ ਸੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ। ਗੱਲਾਂ ਬਾਤਾਂ ਹੋਈਆਂ, ਸੰਗਤ ਬੈਠੀ ਹੈ ਬੜੀ ਵੱਡੀ ਗਿਣਤੀ ਵਿੱਚ, ਗੱਲਾਂ ਬਾਤਾਂ ਚੱਲ ਰਹੀਆਂ ਨੇ। ਇਹਨਾਂ ਗੱਲਾਂ ਬਾਤਾਂ ਚੱਲਦੀਆਂ ਦੇ ਵਿੱਚ ਹੀ ਇੱਕ ਦਿਨ ਵਾਹਿਗੁਰੂ ਉਸੇ ਵੇਲੇ ਹੀ ਬਾਬਾ ਸ਼੍ਰੀ ਚੰਦ ਨੇ ਜਦੋਂ ਗੁਰੂ ਰਾਮਦਾਸ ਸਾਹਿਬ ਵੱਲ ਵੇਖਿਆ, ਇਹਨਾਂ ਦਾ ਦਾੜਾ ਬੜਾ ਲੰਮਾ ਸੀ, ਬੜਾ ਭਰਪੂਰ ਦਾੜਾ ਸੀ ਇਹਨਾਂ ਦਾ। ਤੇ ਹਾਸੇ ਵਿੱਚ ਇੱਕ ਗੱਲ ਕਹਿ ਦਿੱਤੀ, ਆਖਿਆ ਕਿ ਐ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ, ਇਹਨਾਂ ਦਾੜਾ ਕਿਉਂ ਵਧਾਇਆ, ਇਹਨਾਂ ਦਾੜਾ ਲੰਮਾ ਕਿਉਂ ਕੀਤਾ? ਤੇ ਨਿਮਰਤਾ ਦੇ ਪੁੰਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਵਾਬ ਬੜੇ ਕਮਾਲ ਦਾ ਦਿੱਤਾ ਸੀ। ਆਖਿਆ ਸੀ, ਗੁਰੂ ਪੁੱਤਰ ਐ ਸ਼੍ਰੀ ਚੰਦ ਜੀ, ਜਿਹੜੇ ਤੁਹਾਡੇ ਵਰਗੇ ਗੁਰਸਿੱਖ ਨੇ ਨਾ, ਉਹਨਾਂ ਦੇ ਚਰਨ ਝਾੜਨ ਦੇ ਵਾਸਤੇ ਇਹ ਦਾੜਾ ਇੰਨਾ ਲੰਮਾ ਵਧਾਇਆ ਹੈ। ਸਤਿਕਾਰ ਦੇਣ ਦੀ ਗੱਲ ਹੈ, ਇਹ ਨਹੀਂ ਕਿ ਚਰਨ ਝਾੜੇ ਨੇ ਦਾੜੇ ਨਾਲ, ਇਹ ਸਤਿਕਾਰ ਦੇਣ ਦੀ ਗੱਲ ਏ। ਇੰਨੀ ਵਡਿਆਈ ਉਹਨਾਂ ਨੂੰ ਦਿੱਤੀ। ਖੈਰ ਸਮਾਂ ਆਪਣਾ ਵੀ ਥੋੜਾ ਹੈ ਤੇ ਉਸ ਹਿਸਾਬ ਨਾਲ ਮੈਂ ਬੇਨਤੀਆਂ ਕਰਦਾ ਜਾਵਾਂ। ਅੱਗੇ ਫਿਰ ਗੁਰੂ ਸਾਹਿਬਾਨਾਂ ਕੋਲ ਆਉਂਦੇ ਰਹੇ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕੋਲ ਵੀ, ਗੁਰੂ ਹਰਗੋਬਿੰਦ ਸਾਹਿਬ ਕੋਲ ਵੀ। ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਆਪਣਾ ਤਨ ਤਿਆਗਿਆ ਨਾ,
ਗੁਰੂ ਹਰਗੋਬਿੰਦ ਸਾਹਿਬ ਗਏ, ਰਮਦਾਸ। ਉਸ ਵੇਲੇ ਬਾਬਾ ਸ਼੍ਰੀ ਚੰਦ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸਨ। ਬਾਬਾ ਬੁੱਢਾ ਜੀ ਦੇ ਅੰਤਮ ਸੰਸਕਾਰ ਵੇਲੇ ਵੀ ਬਾਬਾ ਸ਼੍ਰੀ ਚੰਦ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਸਨ ਉਸ ਵੇਲੇ। ਉਸ ਤੋਂ ਬਾਅਦ ਹੁਣ ਧਿਆਨ ਨਾਲ ਇੱਥੇ ਸੁਣਿਓ, ਜਿਹੜੇ ਕਹਿੰਦੇ ਨੇ ਨਾ ਪੁੱਤਰੀ ਕੌਲ ਨਾ ਪਾਲਿਓ ਕਰਕੇ ਤੇ ਅਸੀਂ ਨਿੰਦਿਆ ਹੀ ਕਰੀ ਜਾਣੀ ਬਾਬਾ ਸ਼੍ਰੀ ਚੰਦ ਜੀ ਦੀ, ਉਸ ਧਿਆਨ ਨਾਲ ਸੁਣਿਓ ਇਸ ਗੱਲ ਨੂੰ। ਜੇ ਸ਼ਰਨ ਨਹੀਂ ਆਏ ਸਨ ਬਾਬਾ ਸ਼੍ਰੀ ਚੰਦ ਰੀ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਵੱਡਾ ਪੁੱਤਰ ਜਿਹੜਾ ਹੈ ਬਾਬਾ ਗੁਰਦਿੱਤਾ, ਬਾਬਾ ਗੁਰਦਿੱਤਾ, ਧਿਆਨ ਨਾਲ ਸੁਣਿਓ, ਬਾਬਾ ਗੁਰਦਿੱਤਾ ਜਿਹੜਾ ਹੈ ਉਹ ਬਾਬਾ ਸ਼੍ਰੀ ਚੰਦ ਦੇ ਲੜ ਲਾ ਦਿੱਤਾ ਸੀ। ਬਾਬਾ ਸ਼੍ਰੀ ਚੰਦ ਨੂੰ ਬਾਬੇ ਗੁਰਦਿੱਤੇ ਦੀ ਬਾਂਹ ਫੜਾਈ ਸੀ ਉਹਨਾਂ ਨੇ ਕਿ ਇਹ ਅੱਜ ਤੋਂ ਬਾਅਦ ਤੁਹਾਡਾ ਹੋ ਗਿਆ। ਗੁਰੂ ਨੇ ਆਪਣਾ ਪੁੱਤਰ ਦੇ ਦਿੱਤਾ ਸ਼੍ਰੀ ਚੰਦ ਨੂੰ। ਕਿਉਂ ਦਿੱਤਾ? ਫਿਰ ਸ਼੍ਰੀ ਚੰਦ ਜੀ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਇਹਦੇ ਗੱਦੀ ਨਸ਼ੀਨ, ਜਿਹਨੂੰ ਅਸੀਂ ਆਮ ਭਾਸ਼ਾ ਵਿੱਚ ਕਹਿ ਦਿੰਦੇ ਹਾਂ, ਇਸ ਅਸਥਾਨ ਤੇ ਉਹ ਬੈਠੇ। ਇਸੇ ਸਥਾਨ ਤੇ ਫਿਰ ਬਾਬਾ ਗੁਰਦਿੱਤਾ ਜੀ ਬੈਠੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨਾਲ, ਇਹ ਇਤਿਹਾਸਕ ਤੱਥ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ। ਜਿਵੇਂ 22 ਮੰਜੀਆਂ ਸਨ ਨਾ ਪ੍ਰਚਾਰ ਦੀਆਂ, ਮਸੰਦ ਪ੍ਰਥਾ ਪ੍ਰਚਾਰ ਦੇ ਵਾਸਤੇ ਬਣਾਈ ਗਈ, ਇਸੇ ਤਰ੍ਹਾਂ ਬਾਬਾ ਸ਼੍ਰੀ ਚੰਦ ਦੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ 4 ਧੂਣੇ ਬਣਾਏ ਸਨ। ਉਹਨਾਂ ਦੇ ਨਾਮ ਧੂਣੇ ਰੱਖਿਆ, ਇਹ ਨਹੀਂ ਕਿ ਅੱਗ ਬਾਲ ਕੇ ਧੂਣੇ ਲਾਉਣ ਨੂੰ ਧੂਣਾ ਕਿਹਾ ਗਿਆ, ਉਹਦਾ ਨਾਮ ਜਿਹੜਾ ਉਹ ਧੂਣੇ ਰੱਖਿਆ ਗਿਆ। ਇਹ 4 ਧੂਣੇ ਸਨ ਤੇ 4 ਇਹਨਾਂ ਦੇ ਮੁਖੀ ਸਨ। ਹੁਣ ਜੇ ਪੈਨ ਤੇ ਕਾਪੀ ਕੋਲ ਥੋੜਾ ਨੋਟ ਕਰ ਲਿਓ। ਪਹਿਲਾ ਜਿਹੜਾ ਮੁਖੀ ਸੀ ਉਹਦਾ ਨਾਮ ਸੀ ਬਾਲੂ ਹਸਨਾ, ਦੂਜਾ ਸੀ ਅਲਮਸਤ, ਤੀਜਾ ਸੀ ਫੂਲ ਸ਼ਾਹ ਤੇ ਚੌਥਾ ਸੀ ਗੋਂਦਾ, ਭਾਈ ਗੋਂਦਾ। ਇਹ 4 ਧੂਣੇ ਤੇ 4 ਧੂਣਿਆਂ ਦੇ ਇਹ 4 ਮੁਖੀ ਸਨ। ਹੁਣ ਜਿਹੜਾ ਬਾਲੂ ਹਸਨਾ ਹੈ ਇਹਨੂੰ ਦੇਹਰਾਦੂਨ ਦਾ ਇਲਾਕਾ ਦਿੱਤਾ ਗਿਆ ਸੀ ਪ੍ਰਚਾਰ ਵਾਸਤੇ। ਅਲਮਸਤ ਨੂੰ ਨਾਨਕ ਮਤੇ ਦਾ ਇਲਾਕਾ ਦਿੱਤਾ ਗਿਆ ਸੀ। ਬਾਬਾ ਫੂਲ ਸ਼ਾਹ ਨੂੰ ਹੈਦਰਾਬਾਦ, ਦੇਖੋ ਹੈਦਰਾਬਾਦ ਆਂਧਰਾ ਪ੍ਰਦੇਸ਼, ਤੇ ਗੋਂਦਾ ਜੀ ਨੂੰ ਬਹਾਦਰਗੜ੍ਹ, ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇਹ ਏਰੀਆ, ਇਹ ਇਲਾਕਾ ਪ੍ਰਚਾਰ ਲਈ ਦਿੱਤਾ ਗਿਆ ਸੀ। ਤੇ ਇਹਦੇ ਪਰਥਾਏ ਸਾਨੂੰ ਪੰਕਤੀਆਂ ਵੀ ਮਿਲਦੀਆਂ ਨੇ ਇਤਿਹਾਸਕ ਕਿ ਬਾਲੂ ਹਸਨਾ ਫੂਲ ਪੁਨ ਗੋਂਦਾ ਔਰ ਅਲਮਸਤ। ਧਿਆਨ ਨਾਲ ਸੁਣਿਓ, ਬਾਲੂ ਹਸਨਾ ਫੂਲ ਪੁਨ ਗੋਂਦਾ ਔਰ ਅਲਮਸਤ, ਮੁਖ ਉਦਾਸੀ ਇਹ ਭਏ ਬਹਰੋ ਸਾਧ ਸਮਸਤ, ਤਿੰਨ ਤੇ ਵਿਦਿਓ ਪੰਥ ਉਦਾਸੀ ਲਾਖੋ ਭਾਏ ਕਰੇ ਤਪਰਾਸੀ। ਇਹਨਾਂ ਤੋਂ ਅੱਗੇ ਉਦਾਸੀ ਪੰਥ ਜਿਹੜਾ ਉਹ ਅੱਗੇ ਚੱਲਿਆ ਹੌਲੀ ਹੌਲੀ। ਇੱਕ ਤੇ ਇਹਦੇ ਵਿੱਚ ਇਹ 4 ਧੂਣੇ ਵੀ ਨੇ ਤੇ 6 ਬਖਸ਼ਿਸ਼ਾਂ ਵੀ ਇਹਦੇ ਵਿੱਚ ਨੇ। ਸਿਰਫ 4 ਧੂਣੇ ਨਹੀਂ, ਟੋਟਲ 10 ਸਨ, 6 ਬਖਸ਼ਿਸ਼ਾਂ ਨੇ ਇਹਦੇ ਵਿੱਚ ਜਿਹੜੀਆਂ ਇਹ ਅੱਗੇ ਪ੍ਰਚਾਰ ਵਾਸਤੇ ਚਲਾਈਆਂ ਗਈਆਂ। ਜਿਵੇਂ ਮੰਜੀ ਪ੍ਰਥਾ ਸੀ ਉਵੇਂ ਹੀ ਇਹ ਬਖਸ਼ਿਸ਼ਾਂ ਸੀਗੀਆਂ। ਹੁਣ ਸੁਣਿਓ ਇਹਨਾਂ ਬਖਸ਼ਿਸ਼ਾਂ ਦੇ ਵਿੱਚ ਕੌਣ ਕੌਣ ਸਨ, ਇਹ ਵੀ ਸੁਣਿਓ ਧਿਆਨ ਨਾਲ। ਫਿਰ ਇਹ ਦਿਮਾਗ ਖੋਲਦਾ ਸਾਡਾ ਕਿ ਸ਼੍ਰੀ ਚੰਦ ਸੱਚਮੁੱਚ ਗੁਰੂ ਸਾਹਿਬ ਦੇ ਨਾਲ ਸ਼੍ਰੀ ਚੰਦ ਦਾ ਬੜਾ ਪਿਆਰ ਸੀ। ਜਿਹੜੀਆਂ 6 ਬਖਸ਼ਿਸ਼ਾਂ ਸਨ ਇਹ ਕਿੰਨਾ ਕਿੰਨਾ ਕੋਲ ਸਨ। ਇੱਕ ਸੀ ਇਹ ਸੁਥਰੇ ਸ਼ਾਹੀ ਦਾ ਨਾਮ, ਉਹਦਾ ਨਾਮ ਸੀ ਸੁਥਰਾ, ਭਾਈ ਸੁਥਰਾ। ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਹੈ ਨਾ ਭਾਈ ਸੁਥਰਾ। ਭਾਈ ਸੁਥਰੇ ਦਾ ਇਤਿਹਾਸ ਬੜਾ ਆਪਾਂ ਪੜ੍ਹਦੇ ਹਾਂ। ਹੁਣ ਜੇ ਬਾਬਾ ਸ਼੍ਰੀ ਚੰਦ ਦਾ ਉਦਾਸੀ ਮਤ ਇੰਨਾ ਹੀ ਮਾੜਾ ਹੁੰਦਾ ਤੇ ਗੁਰੂ ਸਾਹਿਬ ਆਪਣੇ ਸਿੱਖਾਂ ਨੂੰ ਉਹਦੇ ਵਾਲੇ ਪਾਸੇ ਕਿਉਂ ਤੋਰਦੇ, ਆਪਣਾ ਪੁੱਤਰ ਹੀ ਕਿਉਂ ਉਹਨੂੰ ਦਿੰਦੇ। ਪਹਿਲਾ ਸੁਥਰੇ ਸ਼ਾਹੀ, ਦੂਸਰਾ ਹੈ ਸੰਗਤ ਸਾਹਿਬੀਏ, ਤੀਜਾ ਹੈ ਜੀਤ ਮੱਲੀਏ, ਚੌਥਾ ਸੀ ਬਖਤ ਮੱਲੀਏ, ਪੰਜਵਾਂ ਸੀ ਭਗਤ ਭਗਵਾਨੀਏ ਤੇ 6ਵਾਂ ਸੀ ਮੀਹਾਂ ਸ਼ਾਹੀਏ। ਇਹ 6 ਬਖਸ਼ਿਸ਼ਾਂ ਸਨ। ਇਸ ਕਰਕੇ ਇਹਨਾਂ ਨੂੰ ਨਾ 4 ਧੂਣੇ ਤੇ 6 ਬਖਸ਼ਿਸ਼ਾਂ, ਤੇ ਇਹਨੂੰ 10 ਨਾਮ ਸਾਧੂ ਦਾ ਵੀ ਕੁਝ ਇਤਿਹਾਸਕਾਰਾਂ ਨੇ ਦਿੱਤਾ ਹੈ। ਸੁਥਰਾ ਸ਼ਾਹ ਗੁਰੂ ਹਰਗੋਬਿੰਦ ਸਾਹਿਬ ਦਾ ਸਿੱਖ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਨੂੰ ਇਹ ਮਿਲਿਆ ਸੀ ਕਸ਼ਮੀਰ ਚੋਂ, ਉੱਥੋਂ ਉਹਨੂੰ ਲੈ ਕੇ, ਇਹਨੂੰ ਚੱਕ ਕੇ ਲੈ ਕੇ ਆਏ ਸਨ। ਚੱਕ ਕੇ ਦਾ ਮਤਲਬ ਇਹ ਨਹੀਂ ਕਿ ਉਠਾ ਕੇ ਕਿਡਨੈਪ ਕਰਕੇ, ਇਹਦੇ ਜੰਮਦੇ ਤੇ ਦੰਦ ਬਾਹਰ ਸੀ, ਘਰਦਿਆਂ ਨੇ ਬਾਹਰ ਸੱਟ ਦਿੱਤਾ ਤੇ ਗੁਰੂ ਸਾਹਿਬ ਨੂੰ ਲੈ ਆਏ ਸਨ। ਸੁਥਰੇ ਸ਼ਾਹ ਦਾ ਬੜਾ ਇਤਿਹਾਸ ਹੈ। ਇਹਦਾ ਪਾਲਣ ਪੋਸ਼ਣ ਵੀ ਗੁਰੂ ਸਾਹਿਬ ਨੇ ਕੀਤਾ। ਗੁਰੂ ਹਰ ਰਾਏ ਸਾਹਿਬ ਦੀ ਹਜ਼ੂਰੀ ਵਿੱਚ ਵੀ ਰਿਹਾ। 2 ਗੁਰੂਆਂ ਦੀ ਬਖਸ਼ਿਸ਼ ਸੁਥਰੇ ਸ਼ਾਹ ਨੂੰ ਮਿਲੀ ਸੀ। ਇਹਦੇ ਪ੍ਰਚਾਰ ਦਾ ਖੇਤਰ ਜਿਹੜਾ ਸੀ ਉਹ ਚੂਨੀਆਂ ਜ਼ਿਲ੍ਹਾ ਲਾਹੌਰ ਸੀ ਸੁਥਰੇ ਸ਼ਾਹ ਦਾ। ਉਸ ਤੋਂ ਬਾਅਦ ਭਾਈ ਫੇਰੂ ਦੂਜਾ ਜਿਹੜਾ ਸੀ। ਹੁਣ ਵੇਖੋ, ਮੈਂ ਸੱਚੀ ਕਈ ਵਾਰੀ ਬੜੀ ਹੈਰਾਨੀ ਹੁੰਦੀ ਹੈ, ਭਾਈ ਫੇਰੂ ਇਹਨੂੰ ਗੁਰੂ ਹਰ ਰਾਏ ਤੇ ਗੁਰੂ ਗੋਬਿੰਦ ਸਿੰਘ ਦੀ ਸੰਗਤ ਪ੍ਰਾਪਤ ਹੋਈ। ਇਹ ਅਸਲੀਅਤ ਹੈ
ਫਿਰ ਜੀਤਮਲ, ਚਲੋ ਜ਼ਿਆਦਾ ਲੰਮਾ ਮੈਂ ਇਸ ਪਾਸੇ ਨਾ ਜਾਵਾਂ, ਸਮਾਂ 40 ਮਿੰਟ ਆਲਰੇਡੀ ਹੋ ਗਿਆ ਸੀ। ਇਸ ਤੋਂ ਬਾਅਦ ਕਿਉਂਕਿ ਬੜਾ ਲੰਮਾ ਸਮਾਂ, ਹੋਰ ਵੀ ਇਤਿਹਾਸ ਬੜਾ ਲੰਮਾ ਹੈ। ਮੈਂ ਇਹ ਬੇਨਤੀਆਂ ਕਰਾਂ ਕਿ ਬਾਬਾ ਸ਼੍ਰੀ ਚੰਦ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਪੁੱਤਰ ਦੇ ਦਿੱਤਾ ਪ੍ਰਚਾਰ ਵਾਸਤੇ। ਉਹ ਸਿੱਖ ਭਾਈ ਫੇਰੂ ਵਰਗੇ, ਭਾਈ ਸੁਥਰੇ ਸ਼ਾਹ ਵਰਗੇ ਬਾਬਾ ਸ਼੍ਰੀ ਚੰਦ ਦੇ ਨਾਲ ਲੱਗ ਕੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ, ਤੇ ਅਸੀਂ ਫਿਰ ਵੀ ਕਹਿ ਰਹੇ ਹਾਂ ਕਿ ਬਾਬਾ ਸ਼੍ਰੀ ਚੰਦ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਹੈ। ਵੇਖੋ, ਅਸੀਂ ਬਾਬਾ ਸ਼੍ਰੀ ਚੰਦ ਦਾ ਪਹਿਲਾ ਇਤਿਹਾਸ ਤੇ ਪੜ੍ਹ ਲਿਆ ਕਿ ਉਹ ਗੁਰੂ ਤੋਂ ਪਾਸੇ ਮੂੰਹ ਕਰਕੇ ਬੈਠ ਗਿਆ ਸੀ, ਪਰ ਬਾਅਦ ਵਾਲਾ ਜਿਹੜਾ ਇਤਿਹਾਸ ਜਦੋਂ ਗੁਰੂ ਦੇ ਸਨਮੁਖ ਹੋ ਕੇ ਆ ਕੇ ਬੈਠ ਗਿਆ, ਉਹ ਅਸੀਂ ਭੁੱਲ ਗਏ, ਜਾਂ ਅਸੀਂ ਪੜ੍ਹਿਆ ਨਹੀਂ, ਜਾਂ ਪੜ੍ਹਨ ਦੀ ਕੋਸ਼ਿਸ਼ ਨਹੀਂ ਕੀਤੀ, ਜਾਂ ਜੋ ਸਾਨੂੰ ਕੋਈ ਸੁਣਾਉਂਦਾ ਅਸੀਂ ਉਹੀ ਸੁਣ ਕੇ ਖੁਸ਼ ਹੋ ਜਾਂਦੇ ਹਾਂ, ਆਪ ਅਸੀਂ ਪੜ੍ਹਦੇ। ਬਾਬਾ ਸ਼੍ਰੀ ਚੰਦ ਦਾ ਜੀਵਨ ਬੜਾ ਕਮਾਲ ਦਾ, ਬੜਾ ਮਹਾਨ ਸੀ। ਉਹ ਮੈਂ ਈਸਵੀ ਸਨ ਦੇ ਹਿਸਾਬ ਨਾਲ ਤੁਹਾਨੂੰ ਦੱਸ ਰਿਹਾ। ਹੁਣ 1494 ਨੂੰ ਇਹਨਾਂ ਦਾ ਜਨਮ ਹੋਇਆ, ਤੇ ਭੱਟ ਵਈਆਂ ਨੇ ਆਖਿਆ ਕਿ 1629 ਨੂੰ ਇਹਨਾਂ ਨੇ ਆਪਣੇ ਪ੍ਰਾਣ ਤਿਆਗੇ। 135 ਸਾਲ ਇਹਨਾਂ ਦੀ ਉਮਰ ਸੀ। ਬਾਬਾ ਸ਼੍ਰੀ ਚੰਦ 135 ਸਾਲ ਇਸ ਧਰਤੀ ਤੇ ਰਹੇ, ਉਪਰੰਤ ਇਹਨਾਂ ਨੇ ਆਪਣੇ ਜਿਹੜੇ ਪ੍ਰਾਣ ਸਨ ਉਹ ਤਿਆਗ ਦਿੱਤੇ। ਬੜਾ ਲੰਮਾ ਜੀਵਨ ਹੈ ਬਾਬਾ ਸ਼੍ਰੀ ਚੰਦ ਦਾ। ਕਿਤੇ ਫਿਰ ਸਮਾਂ ਮਿਲਿਆ, ਇਹਦੇ ਲਈ ਨਾ ਸਾਡੇ ਵਿੱਚ ਸ਼ਬਦ ਵਰਤਿਆ ਜਾਂਦਾ, ਰਹੋ ਵਿਚਾਰ। ਇਹ ਵਿਚਾਰ ਇੱਥੇ ਛੱਡ ਰਹੇ ਹਾਂ, ਫਿਰ ਕਿਤੇ ਸਮਾਂ ਮਿਲਿਆ ਇਹ ਵਿਚਾਰ ਜਿਹੜੀ ਉਹ ਜ਼ਰੂਰ ਕਰਾਂਗੇ ਕਿ 4 ਧੂਣੇ 6 ਬਖਸ਼ਿਸ਼ਾਂ, ਇਹ ਸਾਰੀਆਂ, ਇਹਨਾਂ ਦਾ ਖੇਤਰ ਕਿਹੜਾ ਸੀ, ਇਲਾਕਾ ਕਿਹੜਾ ਸੀ, ਕਿਵੇਂ ਇਹਨਾਂ ਨੇ ਪ੍ਰਚਾਰ ਕੀਤਾ, ਕਿਵੇਂ, ਹੁਣ ਧਿਆਨ ਨਾਲ ਸੁਣਿਓ, ਕਿਵੇਂ ਇਹਨਾਂ ਨੇ ਫਿਰ ਗੁਰਦੁਆਰੇ ਸਾਂਭੇ। ਜਦੋਂ ਸਿੱਖ ਜੰਗਲਾਂ ਵਿੱਚ ਗਏ ਨਾ, ਉਦੋਂ ਗੁਰੂ ਘਰ ਜਿਹੜੇ ਨੇ ਉਹ ਇਹਨਾਂ ਉਦਾਸੀ ਸਾਧੂਆਂ ਨੇ ਹੀ ਸਾਂਭੇ। ਹਾਂ, ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਇਹਨਾਂ ਵਿੱਚ ਕੁਝ ਮਾੜੇ ਅੰਸਰ ਵੜ ਗਏ, ਜਿਨ੍ਹਾਂ ਨੇ ਗੁਰਦੁਆਰਿਆਂ ਨੂੰ ਅਯਾਸ਼ੀ ਦੇ ਅੱਡੇ ਵੀ ਬਣਾਇਆ। ਉਹ ਬਹੁਤ ਬਾਅਦ ਦੀ ਗੱਲ, ਅੰਗਰੇਜ਼ਾਂ ਦੇ ਸਮੇਂ ਜਾ ਕੇ ਹੋਇਆ, ਪਹਿਲਾਂ ਇਹ ਕੁਝ ਨਹੀਂ ਸੀ, ਕਿਉਂਕਿ ਜ਼ਗੀਰਾਂ ਬੜੀਆਂ ਸਨ ਗੁਰਦੁਆਰਿਆਂ ਦੇ ਨਾਮ ਤੇ। ਖੈਰ, ਜੋ ਮੈਂ ਇਹ ਬੇਨਤੀ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਕਿ ਬਾਬਾ ਸ਼੍ਰੀ ਚੰਦ ਦਾ ਜੀਵਨ ਬੜਾ ਕਮਾਲ ਸੀ। ਐਵੇਂ ਬਿਨਾਂ ਪੜ੍ਹਿਆ ਕਿਸੇ ਤੇ ਉਂਗਲ ਨਾ ਚੱਕਿਆ ਕਰੀਏ। ਤੇ ਜਿਹੜਾ ਇਤਿਹਾਸ ਹੈ ਨਾ, ਉਹ ਸੋਸ਼ਲ ਮੀਡੀਆ ਤੇ WhatsApp ਤੇ Facebook ਤੋਂ ਪੜ੍ਹਨਾ ਛੱਡੋ। ਕਿਤਾਬਾਂ ਨਾ ਇਸੇ ਵਾਸਤੇ ਹੀ ਨੇ, ਗ੍ਰੰਥ ਇਸੇ ਲਈ ਨੇ, ਤੇ ਆਪ ਵੀ ਇਹਨਾਂ ਨੂੰ ਪੜ੍ਹਿਆ ਕਰੋ। PDF ਮਿਲ ਜਾਂਦੀ ਹੈ ਹੁਣ ਬਹੁਤ ਸੌਖੀਆਂ। ਸੋ ਅੱਜ ਜੋ ਹੈ ਉਹ ਤਵ ਪ੍ਰਸਾਦ ਸਵਈਏ, ਇਹਦੀ ਸੰਥਿਆ ਵੀ ਸੰਪੂਰਨ ਹੋਈ ਹੈ, ਤੇ ਕੱਲ ਤੋਂ ਜਾਪ ਸਾਹਿਬ ਦੀ ਆਰੰਭਤਾ ਹੈ। ਕੋਸ਼ਿਸ਼ ਕਰਾਂਗੇ ਕੁਝ ਵਰਡ ਜਿਹੜੇ ਨੇ ਔਖੇ ਨੇ ਉਹ ਬਲੈਕ ਬੋਰਡ ਤੇ ਵੀ ਲਿਖ ਕੇ, ਬੋਰਡ ਤੇ ਲਿਖ ਕੇ, ਆਪਾਂ ਵਾਈਟ ਬੋਰਡ ਹੈ ਸਾਡੇ ਕੋਲ, ਸੌਰੀ, ਉਹਦੇ ਤੇ ਲਿਖ ਕੇ ਵੀ ਆਪਾਂ ਸਮਝਣ ਦਾ ਯਤਨ ਕਰਾਂਗੇ। ਸਮਾਂ ਲੱਗੇਗਾ, ਇਕਾਗਰਤਾ ਰੱਖਿਓ, ਤੇ ਇਹ ਬੇਨਤੀ ਕਰਾਂਗਾ ਕਿ ਪੈਨ ਤੇ ਕਾਪੀ ਨਾਲ ਰੱਖਿਆ ਕਰੋ ਆਪਣੇ। ਕਿਹੜਾ ਸ਼ਬਦ ਕਿਵੇਂ ਉਚਾਰਨਾ ਹੈ, ਪੜ੍ਹਨਾ ਕਿਵੇਂ ਆ, ਤੇ ਉਹਦੇ ਅਰਥ ਕੀ ਨੇ, ਇਹ ਲਿਖ ਲਓਗੇ ਤੇ ਬੈਟਰ ਹੈ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਕੇ ਫਿਰ ਸਵਾਲ ਜਵਾਬ ਵਾਲੇ ਪਾਸੇ ਆਵਾਂ। 199 ਬੰਦ ਨੇ ਜਾਪ ਸਾਹਿਬ ਦੇ, 199, ਤੇ 742 ਨਾਂ ਗੁਰੂ ਗੋਬਿੰਦ ਸਿੰਘ ਨੇ ਪਰਮਾਤਮਾ ਦੇ ਲਏ, 742 ਇਹ ਨਾਂ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦੇ ਲਏ ਨੇ। ਤੇ ਕਰਮ ਨਾਮ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਕੀਰਤਮ ਨਾਮ ਕਥੇ ਤੇਰੀ ਜੀਭਾ, ਇੱਥੇ ਕਰਮ ਨਾਮ ਵਰਣਤ ਸੁਮਤ, ਜਿੰਨੀ ਤੂੰ ਮਤ ਬਖਸ਼ੀ, ਕਰਮ ਨਾਮਾਂ ਦਾ ਜ਼ਿਕਰ ਕੀਤਾ ਹੈ। ਤੇ ਕੱਲ ਤੋਂ ਵਿਚਾਰਾਂਗੇ। ਸੋ ਅੱਜ ਇੰਨੀਆਂ ਬੇਨਤੀਆਂ ਪ੍ਰਵਾਨ। ਜੇ ਕਿਸੇ ਦਾ ਵੀ ਕੋਈ ਸਵਾਲ ਅੱਜ ਦੇ ਸੰਬੰਧ ਵਿੱਚ ਹੈ ਤੇ ਆਪ ਜੀ ਆਪਣਾ ਮਾਈਕ ਜਿਹੜਾ ਔਨ ਕਰਕੇ ਤੇ ਪੁੱਛ ਸਕਦੇ ਹੋ ਜੀ। ਮਾਈਕ ਇੱਧਰੋਂ ਸਾਡੇ ਵੱਲੋਂ ਔਨ ਨੇ, ਤੇ ਕਿਸੇ ਦਾ ਵੀ ਕੋਈ ਸਵਾਲ ਹੋਵੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜਨ ਜੀ, ਬਾਬਾ ਸ਼੍ਰੀ ਚੰਦ ਜੀ ਦੇ ਯੋਗਦਾਨ ਸੁਖਮਨੀ ਸਾਹਿਬ ਦੇ ਪਾਠ 'ਚ ਵੀ ਹੈਗਾ, ਮੈਂ ਸੁਣਿਆ, ਉੱਥੇ ਪੜ੍ਹਿਆ ਸੀਗਾ ਇਹਨਾਂ ਦੇ ਗੁਰਦੁਆਰੇ ਜਾ ਕੇ। ਹਾਂਜੀ, ਕੁਝ ਇਤਿਹਾਸਕਾਰ ਇਹ ਲਿਖਦੇ ਜ਼ਰੂਰ ਨੇ। ਜਿਹੜੀ 16ਵੀਂ ਪੌੜੀ ਹੈ ਨਾ, ਜਿਹੜੀ ਉਹ ਪੌੜੀ, ਆਦ ਸੱਚ ਜੁਗਾਦ ਸੱਚ, ਉੱਥੇ ਲਿਖਿਆ ਹੈ ਭੇ ਸੱਚ ਭੱਬੇ ਨੂੰ ਸਿਹਾਰੀ ਹੈ। ਉੱਥੇ ਕੁਝ ਇਤਿਹਾਸਕਾਰ ਕਹਿੰਦੇ ਨੇ ਕਿ ਇਹ ਸ਼ਲੋਕ ਜਿਹੜਾ, ਸੌਰੀ ਪੌੜੀ ਨਹੀਂ, ਇਹ ਸ਼ਲੋਕ ਜਿਹੜਾ ਹੈ ਨਾ, ਇਹ ਬਾਬਾ ਸ਼੍ਰੀ ਚੰਦ ਦਾ ਉਚਾਰਿਆ ਹੈ। ਪਰ ਮੈਂ ਇੱਥੇ ਇੱਕ ਬੇਨਤੀ ਇਹ ਜ਼ਰੂਰ ਕਰਾਂਗਾ ਕਿ ਗੁਰੂ ਨਾਨਕ ਸਾਹਿਬ ਦੇ ਘਰੋਂ ਜਾਂ ਗੁਰੂ ਅਰਜਨ ਸਾਹਿਬ ਜੀ ਜਦੋਂ ਇਹ ਬਾਣੀ ਲਿਖ ਰਹੇ ਸਨ ਨਾ, ਉਹਨਾਂ ਨੇ ਕਦੇ ਕਿਸੇ ਨਾਲ ਵਿਤਕਰਾ ਨਹੀਂ ਸੀ ਕੀਤਾ। ਜੇ ਭਗਤਾਂ ਦੀ ਬਾਣੀ ਉਹਨਾਂ ਨੂੰ ਉਸੇ ਸਿਰਲੇਖ ਹੇਠ ਦਰਜ ਕੀਤਾ, ਸਿੱਖਾਂ ਦੀ ਬਾਣੀ ਨੂੰ ਉਹਨਾਂ ਦੇ ਨਾਂ ਉੱਪਰ ਲਿਖ ਕੇ ਦਰਜ ਕੀਤਾ। ਜੇ ਕਿਸੇ, ਜਿਵੇਂ ਕੋਈ ਵਾਰ 5ਵੇਂ ਪਾਤਸ਼ਾਹ ਦੀ ਏ, ਵਾਰ ਦਾ ਭਾਵ ਹੈ ਕਿ ਜਿਸ ਗੁਰੂ ਦੀ ਵਾਰ ਇਹ ਪੌੜੀਆਂ ਵੀ ਉਸੇ ਗੁਰੂ ਦੀਆਂ ਹੁੰਦੀਆਂ ਨੇ।
ਜੇ ਉਹਦੇ ਅੰਦਰ ਆਪਣੀ ਪੌੜੀ ਲਿਖੀ ਗੁਰੂ ਸਾਹਿਬ ਨੇ ਤੇ ਉੱਥੇ ਪੌੜੀ ਮਹੱਲਾ ਪੰਜਵਾਂ ਕਰਕੇ ਉਹਨਾਂ ਨੇ ਲਿਖਿਆ ਕਿ ਹਾਂ ਇਹ ਮੇਰੀ ਪੌੜੀ ਇੱਥੇ ਆ ਜਾਂ ਤੀਸਰੇ ਪਾਤਸ਼ਾਹ ਜੀ ਦੀ ਹੈ, ਫਿਰ ਉਹ ਇੱਥੇ ਵੀ ਲਿਖਣ ਵਿੱਚ ਉਹਨਾਂ ਨੂੰ ਕੋਈ ਹਰਜ ਨਹੀਂ ਸੀ ਤੇ ਨਾ ਹੀ ਗੁਰੂ ਸਾਹਿਬ ਕਿਸੇ ਗੱਲੋਂ ਕਾਣੇ ਸਨ ਕਿ ਮੈਂ ਆਪਣਾ ਨਾਮ ਹੀ ਸ਼ੋਅ ਕਰਾਂ। ਜੇ ਬਾਬਾ ਸ਼੍ਰੀ ਚੰਦ ਨੇ ਇਹ ਸ਼ਲੋਕ ਉਚਾਰਿਆ ਹੁੰਦਾ ਤੇ ਗੁਰੂ ਸਾਹਿਬ ਉਹਨਾਂ ਦਾ ਨਾਮ ਜ਼ਰੂਰ ਦਰਜ ਕਰਦੇ। ਇਹ ਮੇਰੀ ਆਪਣੀ ਨਿੱਜੀ ਰਾਏ ਹੈ। ਬਾਕੀ ਕੁਝ ਇਤਿਹਾਸਕਾਰਾਂ ਨੇ ਇਹ ਜ਼ਰੂਰ ਲਿਖਿਆ ਹੈ ਕਿ ਉਸ ਸ਼ਲੋਕ ਜਿਹੜਾ ਹੈ ਉਹ ਬਾਬਾ ਸ਼੍ਰੀ ਚੰਦ ਜੀ ਦਾ ਉਚਾਰਿਆ ਹੈ। ਉਹ ਕਹਿੰਦੇ ਜੀ ਸੁਖਮਨੀ ਸਾਹਿਬ ਦੀ ਬਾਣੀ ਇੱਥੇ ਅੜ ਗਈ ਸੀ, ਅੱਗੇ ਨਹੀਂ ਚੱਲ ਰਹੀ ਸੀ, ਇਸ ਤਰ੍ਹਾਂ ਦੀਆਂ ਗੱਲਾਂ ਨੇ। ਬਟ ਮੈਂ ਇਹ ਤੁਹਾਨੂੰ ਤਾਂ ਕਹਿ ਰਿਹਾ ਕਿ ਜੇ ਇਸ ਤਰ੍ਹਾਂ ਹੁੰਦਾ ਤੇ ਉਹਨਾਂ ਦਾ ਉਚਾਰਿਆ ਹੁੰਦਾ ਸ਼ਲੋਕ ਤੇ ਗੁਰੂ ਸਾਹਿਬ ਨੇ ਉਹਨਾਂ ਦਾ ਨਾਮ ਸਿਰਲੇਖ ਵਿੱਚ ਜ਼ਰੂਰ ਦਰਜ ਕਰਨਾ ਸੀ। ਹਾਂਜੀ, ਕੋਈ ਹੋਰ ਸਵਾਲ ਜੀ? ਹਾਂਜੀ, ਕਿਸੇ ਵੀਰ ਦਾ ਕੋਈ ਹੋਰ ਸਵਾਲ? ਠੀਕ ਹੈ ਜੀ, ਅਸੀਂ ਹੁਣ ਕੱਲ ਨੂੰ ਸ਼ਾਮ ਦਾ ਜਿਹੜਾ ਸਮਾਂ ਹੈ, ਸਵੇਰੇ ਤਾਂ ਸਿੱਖਾਂ ਦੀ ਭਗਤਮਾਲ, ਅੱਜ ਮਾਫੀ ਚਾਹੁਣ, ਅੱਜ ਐਕਚੁਅਲੀ ਇੱਥੇ ਇੱਕ ਡੈਥ ਹੋਈ ਸੀ, ਉਹਦੇ ਕਰਕੇ ਥੋੜੇ ਜਿਹੇ ਸਾਨੂੰ ਸ਼ਾਰਟ ਟਾਈਮ ਵਿੱਚ ਸਵੇਰ ਦੀ ਕਲਾਸ ਕਰਨੀ ਪਈ। ਤੇ ਕੱਲ ਸਵੇਰੇ ਸਿੱਖਾਂ ਦੀ ਭਗਤਮਾਲ, ਸਿੱਖਾਂ ਡੱਲੇ ਦੇ ਸਿੱਖਾਂ ਦਾ ਜ਼ਿਕਰ, ਡੱਲੇ ਪਿੰਡ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਸਿੱਖਾਂ ਦਾ ਇਤਿਹਾਸ ਵੀ। ਉਸ ਤੋਂ ਬਾਅਦ ਸ਼ਾਮ ਦੀ ਕਲਾਸ ਵਿੱਚ ਜਾਪ ਸਾਹਿਬ ਦੀ ਜਿਹੜੀ ਸੰਥਿਆ ਉਹ ਆਰੰਭ ਹੋਏਗੀ। ਸੁਭਾਜੇ ਦੀਆਂ ਕੋਈ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ